श्री वाहिगुरु साहिब जी टोडी महला पंजवा। मानुख बिन बुझे बिरथा आया, आनक साज सीगार बहु करता, ज्यों मृतक उड़ाया। मानुख बिन बुझे बिरथा आया। वाहिगुरु जी का खालसा, वाहिगुरु जी की फतेह। कोट ब्रह्मंडां दे मालक, जुग जुग अटल, शब्दा अवतार। दसां पातशाहियां दी आत्मक जोत, धन धन सतगुरु श्री गुरु ग्रंथ साहिब सच्चे पातशाह जी महाराज जी दे पावन पवित्र हजूरी दे विच जुड़मन बैठी गुरु रूप गुरु खालसा सत संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल होए मनुआ, सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी टोडी महला पंजवा। सतगुरु पंजवें पातशाह शहीदां दे सरताज धन धन श्री गुरु अर्जन देव साहिब जी महाराज टोडी रागणी दे विच पवित्र पावन उपदेश की बख्शिश करते हैं। मानुख बिन बुझे बिरथा आया। हे भाई, वाहिगुरु का स्वरूप सब्जियों तो बिना पुरख का संसार विच जन्म धार के आउणा व्यर्थ है, फजूल है, निष्फल है। सो जे महाराज जी के स्वरूप को समझिया नहीं है तो आउण का कोई लाभ नहीं। पातशाह का बचन है मर ना जाही जिन बिसरत राम, नाम बिहोण जीवन कौन का। कहते हो मारी ना गए, मार क्यों ना गए, मर क्यों नहीं जाते जिन्होंने वाहिगुरु का नाम भुलिया होया है। महाराज सच्चे पातशाह के नाम तो बगैर जिंदगी कादे काम है, किस काम है, फजूल है। इहदे नालों तां पशु चंगे। जिन्हां बाबत गोजरी राग च पहले पातशाह जी का बचन है, कहंदे पशु मिले चंगियाइयां खड़ खावे अमृत देह। ਜਿਹੜੇ ਖੜਿਆ ਹਰਿਆ ਘਾਹ ਪੱਠਾ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ, ਉਹ ਪਸ਼ੂ ਇਨਸਾਨ ਨਾਲੋਂ ਚੰਗੇ ਹਨ। ਨਾਮ ਵੀ ਹੋਣੇ ਆਦਮੀ ਦ੍ਰਿਗ ਜੀਵਨ ਕਰਮ ਕਰੇ। ਵਾਹਿਗੁਰੂ ਦੇ ਨਾਮ ਤੋਂ ਬਗੈਰ ਜਿਹੜੇ ਆਦਮੀ ਹਨ ਉਹਨਾਂ ਦੇ ਮਨੁੱਖਾ ਜਨਮ ਨੂੰ ਧਿਰਗਾਕਾਰ ਹੈ। ਜਿਹੜੇ कुकर्म करते हैं गुर मंत्र हीनस जो प्राणी। जिहड़ा प्राणाधारी जीव गुर मंत्र तो रहत है, त्रिगहंत जन्म भ्रष्ट ने
ਉਹਦੇ ਮਨੁੱਖਾ ਜਨਮ ਨੂੰ ਤ੍ਰਿਗਾਕਾਰ ਹੈ, ਉਹ ਪ੍ਰਸ਼ਟਿਆ ਹੋਇਆ ਹੈ। ਕੁਕਰ ਹੈ, ਸ਼ੂਕਰ ਹੈ, ਗਰਦਬ ਹੈ, ਕੱਕ ਹੈ, ਸਰਪ ਨਹਿ ਤੁਲਖਲ। ਮੁੱਖ ਪਾਠ ਤਾਂ ਸਰਪ ਨੇ, ਪਰ ਜੇ ਨਹਿ ਵੱਖਰਾ ਕਰੀਏ ਭਾਵ ਕਿ ਕੁੱਤੇ, ਸੂਰ, ਗਧੇ, ਕਾਂ ਅਤੇ ਸੱਪ ਆਦਿਕ ਦੀਆਂ ਤ੍ਰਿਗਤ ਜੂਨਾਂ ਦੇ ਬਰਾਬਰ ਵੀ ਨਹੀਂ ਹੈ, ਕਿਉਂਕਿ ਉਹਨਾਂ ਜੀਵਾਂ ਦੇ ਵਿੱਚ ਵੀ ਗੁਣ ਹੈ। ਜਿਹੜਾ ਕੁੱਤਾ ਹੈ, ਜਿਸ ਮਾਲਕ ਦਾ ਖਾਵੇ ਉਹਦਾ ਵਫਾਦਾਰ ਰਹਿੰਦਾ ਹੈ, ਪਰ ਇਹ ਮਨਮੁਖ ਜੀਵ ਪ੍ਰਭੂ ਦਾ ਦਿੱਤਾ ਖਾ ਰਿਹਾ ਹੈ। ਵਫਾਦਾਰੀਆਂ ਪੀਰਾਂ ਦੇ ਨਾਲ, ਦੇਵਤਿਆਂ ਦੇ ਨਾਲ, ਹੋਰਨਾਂ ਦੇ ਨਾਲ ਯਾਰੀਆਂ ਪਾਈਆਂ ਹੋਈਆਂ। ਦੇਣ ਵਾਲਾ ਕੋਈ ਹੋਰ ਹੈ, ਖਾਣਾ ਕਿਤੋਂ ਹੋਰ, ਸੋਹਿਲੇ ਕਿਸੇ ਹੋਰ ਦੇ ਹੀ ਗਾਈ ਜਾਣੇ। ਇਸ ਵਾਸਤੇ ਕੁੱਤੇ ਵਿੱਚ ਗੁਣ ਜ਼ਿਆਦਾ ਹੈ। ਨਾਵੇਂ ਪਾਤਸ਼ਾਹ ਜੀ ਨੇ ਕੁੱਤੇ ਦੀ ਸਿਫਤ ਕੀਤੀ ਹੈ। ਸੁਆਮੀ ਗੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਸੂਰ ਦੀ ਇਹ ਸਿਫਤ ਹੈ ਕਿ ਉਹ ਗਲੀਆਂ ਬਾਜ਼ਾਰ ਸਾਫ਼ ਕਰ ਦਿੰਦਾ ਹੈ, ਪਰ ਇਹ ਵਿਸ਼ੇ ਵਿਕਾਰਾਂ ਦੀ ਸਹਿਤ, ਨਸ਼ਿਆਂ ਦੇ ਵਿੱਚ ਖਚਿਤ ਹੋ ਕੇ ਆਪਣਾ ਆਪ ਵੀ ਵਿਗਾੜਦਾ ਹੈ, ਆਲਾ ਦੁਆਲਾ ਵੀ ਭ੍ਰਿਸ਼ਟ ਕਰਦਾ ਹੈ। ਨਸ਼ਈ ਅਤੇ ਵਿਸ਼ਈ ਇਨਸਾਨ ਦੇ ਪਾਸ ਭਲਾ ਮਾਨਸ ਬੰਦਾ ਤਾਂ ਇੱਕ ਮਿੰਟ ਨਹੀਂ ਖਲੋ ਸਕਦਾ, ਪਤਾ ਨਹੀਂ ਉਹਨੇ ਕੀ ਬੋਲ ਦੇਣਾ, ਕੀ ਕਰ ਦੇਣਾ ਹੈ। ਤੋ ਕਬੀਰ ਸਾਹਿਬ ਜੀ ਨੇ ਸੂਰ ਦੀ ਸਿਫਤ ਕੀਤੀ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਾਕਤ ਤੇ ਸੂਕਰ ਭਲਾ। ਕਹਿੰਦੇ ਸਾਕਤ ਬੰਦੇ ਨਾਲੋਂ ਸੂਰ ਭਲਾ ਚੰਗਾ ਹੈ। ਰਾਖੈ ਆਛਾ ਗਾਉਂ, ਜਿਹੜਾ ਗਾਉਂ ਨੂੰ, ਨਗਰ ਨੂੰ, ਪਿੰਡ ਨੂੰ ਸਾਫ਼ ਰੱਖਦਾ ਹੈ। ਉਹ ਸਾਕਤ ਬਪੁਰਾ ਮਰ ਗਿਆ, ਕੋਈ ਨਾ ਲੈ ਹੈ ਨਾਉ। ਉਹ ਸਾਕਤ ਵਿਚਾਰਾ ਮਰ ਗਿਆ, ਉਹਦਾ ਮੁੜ ਕੇ ਕੋਈ ਨਾਮ ਤੱਕ ਨਹੀਂ ਲੈਂਦਾ। ਜੇ ਕੋਈ ਲਵੇ ਵੀ ਤਾਂ ਸਾਰੇ ਕਹਿੰਦੇ ਕਿ ਚੰਗਾ ਹੋਇਆ, ਇਹ ਖਰਾਬ ਕਰਦਾ ਸੀ। ਪਰ ਜੇ ਸੂਰ ਚੜ੍ਹਾਈ ਕਰ ਜਾਏ ਤਾਂ ਉਹਨੂੰ ਸਾਰੇ ਯਾਦ ਕਰਦੇ ਨੇ ਕਿ ਚੰਗਾ ਹੁੰਦਾ ਜੀ, ਸਫਾਈ ਰੱਖਦਾ ਸੀ। ਜਿਹੜਾ ਕਾਂ ਹੈ, ਪੁਰਾਣੇ ਲੋਕ ਬਨੇਰੇ 'ਤੇ ਬੋਲਦਾ ਸਮਝਦੇ ਕਿ ਵਿਛੜਿਆ ਮਿਲਣ ਵਾਲਾ ਹੈ। ਉੱਡ ਉੱਡ ਕਾਮ ਤੈਨੂੰ ਚੂਰੀ ਪਾਵਾਂ, ਮੇਰਾ ਪਿਆਰਾ ਮੈਨੂੰ ਦਰਸ਼ਨ ਦੇਵੇ, ਪਰ ਇਹ ਮਿਲਿਆਂ ਨੂੰ ਵਿਛੋੜਨ ਵਾਲਾ ਹੈ। ਤੋ ਸਰਪ ਨੇ, ਜਿਹੜਾ ਸੱਪ ਹੈ, ਮਣੀ ਵਾਲਾ ਸੱਪ, ਉਹ ਮਣੀ ਬਾਹਰ ਰੱਖ ਕੇ ਚੰਦਰਮਾ ਦੀਆਂ ਕਿਰਨਾਂ ਜਦ ਉਹਦੇ ਵਿੱਚ ਪੈਂਦੀਆਂ ਨੇ ਤਾਂ ਸੋਮਵਾਰ ਸਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ ਹਰੈ। ਉਹਦੇ ਵਿੱਚੋਂ ਅੰਮ੍ਰਿਤ ਸਰਬਦਾ ਹੈ ਅਤੇ ਝਟਪਟੀ ਉਹਨੂੰ ਚੱਖ ਕੇ 1 ਮਹੀਨੇ ਦੀ ਜ਼ਹਿਰ ਮੇਟ ਲੈਂਦਾ ਹੈ। ਪਰ ਕਿਤੇ ਸਾਲ 6 ਮਹੀਨੇ ਬਾਅਦ ਵਰੇ ਛਮਾਈ ਮੀ ਗੁਰੂ ਘਰ ਫੇਰਾ ਨਹੀਂ ਪਾਉਂਦਾ, ਗੁਰੂ ਸਾਹਿਬ ਜੀ ਦੀ ਬਾਣੀ ਦਾ ਨਿਤਨੇਮ ਨਹੀਂ ਕਰਦਾ। ਇਸ ਲਈ ਸੱਪ ਦੇ ਨਾਲੋਂ ਵੀ ਬੁਰਾ ਹੈ। ਜਿਹੜਾ ਸੱਪ ਦੀ ਜ਼ਹਿਰ ਹੈ, ਇਹ ਗਾਰੁੜੀ ਮੰਤਰ ਨਿਵਾਰਨ, ਗਾਰੜੂ ਮੰਤਰ ਪੜ੍ਹ ਕੇ ਦੂਰ ਕਰ ਦਿੱਤੀ ਜਾਂਦੀ ਹੈ। ਮਤਲਬ ਜਿਹੜਾ ਸੱਪ ਹੈ ਉਹ ਮੰਤਰਾਂ ਦੇ ਨਾਲ ਵਸ ਵਿੱਚ ਆ ਜਾਂਦਾ ਹੈ, ਪਰ ਜਿਹੜਾ ਸਾਖਤ ਬੰਦਾ ਹੈ, ਮਨਮੁਖ ਹੈ, ਉਹਦਾ ਕੋਈ ਮੰਤਰ ਨਹੀਂ ਹੈ, ਕੋਈ ਉਹਦਾ ਗੁਰੂ ਨਹੀਂ, ਕੋਈ ਪੀਰ ਨਹੀਂ। ਸੱਪ ਦਾ ਵੀ ਗੁਰੂ ਹੈ,
ਉਹ ਕੀਲਿਆ ਜਾਂਦਾ ਹੈ। ਭੂਤ ਵੀ ਕੀਲੇ ਜਾਂਦੇ ਨੇ, ਪਰ ਇਨਸਾਨ ਹੀ ਇੱਕ ਇਹੋ ਜਿਹਾ ਹੈ ਜਿਹੜਾ ਨਿਗੂਰਾ, ਕੋਈ ਗੁਰੂ ਪੀਰ ਵਾਲਾ ਨਹੀਂ, ਕਿਸੇ ਮੰਤਰ ਦਾ ਉਹਦੇ 'ਤੇ ਅਸਰ ਨਹੀਂ, ਕਿਸੇ ਤਰੀਕੇ ਦੇ ਨਾਲ ਉਹ ਵੱਸ ਦੇ ਵਿੱਚ ਨਹੀਂ ਆ ਸਕਦਾ। ਤਾਂ ਇਸ ਵਾਸਤੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਮਨੁੱਖ ਬਿਨ ਬੁਝੇ ਬਿਰਥਾ ਆਇਆ। ਇਹ ਭਾਈ ਵਾਹਿਗੁਰੂ ਦਾ ਸਰੂਪ ਸਮਝੇ ਤੋਂ ਬਿਨਾ ਮਨੁੱਖ ਦਾ ਸੰਸਾਰ ਵਿੱਚ ਜਨਮ ਧਾਰ ਕੇ ਆਉਣਾ ਬਿਲਕੁਲ ਵਿਅਰਥ ਹੈ, ਫਜ਼ੂਲ ਹੈ, ਕਿਸੇ ਵੀ ਅਰਥ ਨਹੀਂ ਹੈ। ਨਾਨਕ ਸਾਜ ਸੀਗਾਰ ਬਹੁ ਪਰਤਾ। ਭਾਵੇਂ ਉਹ ਅਨੇਕਾਂ ਤਨ ਦੇ ਉੱਪਰ ਬਸਤਰ ਗਹਿਣੇ ਆਦਿਕ ਸਾਜ ਬਣਾ ਕੇ ਬਹੁਤੇ ਪ੍ਰਤੱਖ ਸ਼ਿੰਗਾਰ ਕਰਦਾ ਹੈ, ਜਾਂ ਭਾਵੇਂ ਉਹ ਅਨੇਕ ਤਰ੍ਹਾਂ ਦੇ ਆਸਨ ਪ੍ਰਾਣਾਯਾਮ ਆਦਿਕ ਸਾਜਾਂ ਨੂੰ ਸਜਾ ਕੇ ਬਹੁਤ ਸਾਰੇ ਤਰਾਟਕ ਆਦਿਕ ਸਾਧਨਾ ਰੂਪੀ ਸ਼ਿੰਗਾਰਾਂ ਨੂੰ ਕਰਦਾ ਹੈ। ਮਿਰਤਕ ਉਡਾਇਆ। ਪਰ ਇਹ ਸਾਰੇ ਇਸ ਤਰ੍ਹਾਂ ਨਿਸਫਲ ਹਨ ਜਿਵੇਂ ਮੁਰਦੇ ਆਦਮੀ ਨੂੰ ਜਿੰਨੇ ਮਰਜ਼ੀ ਰੰਗ ਬਰੰਗੇ ਸੋਹਣੇ ਵਸਤਰ ਪਹਿਨਾਏ ਹੁੰਦੇ ਨੇ ਅਤੇ ਉਹਦਾ ਕੋਈ ਕਿਸੇ ਕੰਮ ਨਹੀਂ ਹਨ। ਮੁਰਦੇ ਨੂੰ ਜਿਸ ਤਰ੍ਹਾਂ ਮਰਜ਼ੀ ਕੋਟ ਪੈਂਟ ਪਵਾ ਦਿਓ, ਟਾਈ ਲਾ ਦਿਓ, ਜਿੰਨੇ ਮਰਜ਼ੀ ਸੋਹਣੇ ਕੱਪੜੇ ਪਵਾ ਦਿਓ, ਉਹਦੇ ਫਜ਼ੂਲ ਹਨ, ਕਿਉਂਕਿ ਉਹ ਤਾਂ ਮਿੱਟੀ ਹੈ। ਇਸੇ ਪ੍ਰਕਾਰ ਵਾਹਿਗੁਰੂ ਦੇ ਨਾਮ ਤੋਂ ਬਗੈਰ ਸਭ ਕੁਝ ਵਿਅਰਥ ਹੈ। ਪਾਤਸ਼ਾਹ ਜੀ ਦਾ ਬਚਨ ਹੈ, ਮਹਾਰਾਜ ਕਹਿੰਦੇ ਮਿਰਤਕ ਦੇਹ ਸਾਧ ਸੰਗ ਬਿਹੁਨਾ। ਸਾਧ ਸੰਗਤ ਤੋਂ ਬਗੈਰ ਇਹ ਜਿਹੜੀ ਦੇਹ ਹੈ ਇਹ ਮੁਰਦੇ ਦੇ ਤੁਲ ਹੈ। ਨਾਮ ਵਿਹੂਣ ਜੀਵਨ ਕੌਣ ਕਾਮ। ਕਾਹਦੇ ਕੰਮ ਹੈ ਜੀਵਨ ਭਾਈ? ਨਾਮ ਸੰਗ ਬਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾਮ ਬਿਨਾ ਜੋ ਪਹਿਰੈ ਖਾਏ, ਜਿਉਂ ਕੁਕਰ ਜੂਠਣ ਮੈਂ ਬਾਏ। ਨਾਮ ਬਿਨਾ ਜੇਤਾ ਵਿਵਹਾਰ, ਜਿਉ ਮਿਰਤਕ ਮਿਥਿਆ ਸੀਗਾਰ। ਅਤੇ ਇਸ ਵਾਸਤੇ ਇਹ ਮੁਰਦੇ ਤੋਂ ਵੱਧ ਹੋਰ ਕੁਝ ਨਹੀਂ ਹੈ। ਸਤਿਗੁਰੂ ਜੀ ਬਿਲਾਵਲ ਰਾਗ 'ਚ ਫਰਮਾਉਂਦੇ ਨੇ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜ੍ਹਾਇਆ, ਧ੍ਰਿਗ ਸਰੀਰ ਸਹਿਤ ਕੁਟੰਬ ਸਿਓ, ਜਿਤ ਹੁਣ ਖਸਮ ਨ ਬਾਇਆ। ਪੌੜੀ ਛੁੜਕੀ ਹਾਥ ਨ ਆਵੈ, ਅਹਿਲਾ ਜਨਮ ਗਵਾਇਆ। ਇਉਂ ਖਾਣ ਪੀਣ ਪਹਿਰਨ ਨੂੰ ਧ੍ਰਿਗਾਕਾਰ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਧਾਏ ਧਾਏ ਕਿਰਪਨ ਸ਼ਰਾਮ ਕੀਨੋ। ਧਾ ਜਾਣ ਵਾਲੇ ਭਾਵ ਮਿਥਿਆ ਪਦਾਰਥਾਂ ਵਾਸਤੇ ਦੌੜ ਦੌੜ ਕੇ, ਭਾਵ ਹਲਕਾਰਾ ਬਣ ਬਣ ਕੇ ਸੋਮ ਪੁਰਖ ਨੇ ਬੜਾ ਥਕੀਵਾਂ ਸਰੀਰ ਉੱਪਰ ਸਹਾਰ ਨਾ ਕੀਤਾ ਜਾਂ ਕਸ਼ਟ ਸਹਾਰ ਨਾ ਕੀਤਾ। ਤਤਰ ਕਰੀ ਹੈ ਮਾਇਆ। ਇੰਝ ਬਹੁਤ ਸਾਰੀ ਮਾਇਆ ਇਕੱਠੀ ਕੀਤੀ ਹੈ। ਸੋ ਬੜੇ ਬੜੇ ਯਤਨ ਕਰਕੇ ਦਾਨ ਪੁੰਨ ਨਹੀਂ ਸੰਤਨ ਸੇਵਾ। ਪਰ ਉਸ ਮਾਇਆ ਦੇ ਨਾਲ ਕੋਈ ਦਾਨ ਨਹੀਂ ਕੀਤਾ, ਕੋਈ ਪੁਰਬ ਦੇ ਸਮੇਂ ਵਿਸ਼ੇਸ਼ ਪੁੰਨ ਨਹੀਂ ਕੀਤਾ, ਅਤੇ ਨਾ ਹੀ ਸੰਤਾਂ ਮਹਾਤਮਾ ਜਨਾਂ ਦੀ ਸੇਵਾ ਟਹਿਲ ਕੀਤੀ। ਕਾਜ ਨਾ ਆਇਆ। ਇਸ ਲਈ ਉਹ ਸੋਮ ਪੁਰਖ ਦਾ ਪਦਾਰਥ ਕਿਸੇ ਵੀ ਕੰਮ ਨਾ ਆਇਆ, ਜਾਂ ਉਸ ਪੁਰਖ ਦੇ ਅੰਤ ਸਮੇਂ ਕੀਤੇ ਇਕੱਤਰ ਪਦਾਰਥ ਕਿਸੇ ਵੀ ਕੰਮ ਨਾ ਆਏ, ਜਾਂ ਮਾਇਆ ਜੋੜੀ ਹੋਈ ਕਿਸੇ ਕੰਮ ਨਹੀਂ ਆਈ। ਪਾਤਸ਼ਾਹ ਜੀ ਫਰਮਾਉਂਦੇ ਹਨ, ਕਬੀਰ ਕੌਡੀ ਕੌਡੀ ਜੋਰ ਕੈ, ਜੋਰੇ ਲੱਖ ਕਰੋੜ। ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਥੋਰ। ਜਾਂਦੀ ਬਾਕੀ ਕਹਿੰਦੇ ਜਿਹੜਾ ਕੋਡੀ ਕੋਡੀ ਪਾਈ ਪਾਈ ਜੋੜ ਕੇ
ਪੈਸਾ ਇਕੱਠਾ ਕੀਤਾ ਸੀਗਾ, ਉਹ ਕਿਸੇ ਕੰਮ ਨਾ ਆਇਆ। ਜਾਂਦੇ ਦੀ ਲੰਗੋਟੀ ਵੀ ਲਾ ਲਈ ਕਿ ਇਹਨੇ ਕੀ ਕਰਨੀ ਹੈ। ਉੱਪਰ ਕੰਬਲ ਚਾਦਰਾਂ ਜੋ ਵੀ ਕੱਪੜਾ ਲੀੜਾ ਪਾਇਆ ਹੁੰਦਾ, ਉਹ ਲਾਂਬੂ ਲਾਉਣ ਤੋਂ ਪਹਿਲਾਂ ਲਾ ਲਿਆ ਜਾਂਦਾ ਕਿ ਅੱਗ ਦੇ ਵਿੱਚ ਸਾੜੀ ਜਾਣਾ, ਕਿਸੇ ਹੋਰ ਦੇ ਕੰਮ ਆਏਗਾ। ਇਸ ਵਾਸਤੇ ਪਿਤਹੀ ਕਾਜ ਨਾ ਆਇਆ। ਕਿਸੇ ਵੀ ਕੰਮ ਕੋਈ ਪਦਾਰਥ ਕੋਈ ਮਾਇਆ ਧੇਲਾ ਨਹੀਂ ਆਇਆ। ਕਹਿੰਦੇ ਨੇ ਕਿ 40 ਗੰਜ ਜੋੜੇ ਨਾ ਰੱਖਿਓ ਈਮਾਨ, देखो रे लोगों कारू होता परेशान। दमड़ा तिसी का जो खर्चा अर खाए, दीवे दिलावे रजावे खुदाए। सो ਜਿਹੜੇ 40 ਗੰਜ ਜੋੜੇ ਸੀ, ਕਾਰੂ ਬਾਦਸ਼ਾਹ ਦੇ ਕਿਸੇ ਵੀ ਕੰਮ ਨਾ ਆਏ। ਅਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹਨੇ ਬਚਨ ਮੰਨਿਆ। ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਭਾਈ ਇਹ ਮਰਨ ਦੇ ਵਕਤ ਨਾਲ ਨਹੀਂ ਜਾਣੇ। ਜਿਸ ਤਰ੍ਹਾਂ ਜਿਹੜੀ ਸੂਈ ਹੈ, ਛੋਟੀ ਜਿਹੀ ਸੂਈ ਵੀ ਨਾਲ ਨਹੀਂ ਲਿਜਾ ਸਕਦਾ, ਇਸ ਤਰ੍ਹਾਂ ਇਹ ਜਿੰਨਾ ਵੱਡਾ ਸਾਰਾ ਢੇਰ 40 ਢੇਰ ਇਕੱਠੇ ਕੀਤੇ, ਉਹਨਾਂ ਜੋ ਤੂੰ ਕੀ ਨਾਲ ਲਿਜਾਏਂਗਾ। ਫਿਰ ਉਹਨੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਸਭ ਕੁਛ ਵੰਡ ਦਿੱਤਾ ਸੀ। ਕਹਿੰਦੇ ਦਮੜਾ ਤਿਸੀ ਕਾ ਜੋ ਖਰਚਾ ਅਰ ਖਾਏ। ਪੈਸਾ ਉਸੇ ਦਾ ਹੀ ਹੈ ਜਿਹੜਾ ਖਰਚਦਾ ਹੈ ਅਤੇ ਖਾਂਦਾ ਹੈ। ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਬੱਧ ਹੋ ਜਾਈ। ਤੋ ਕਿਸੇ ਵੀ ਕੰਮ ਨਹੀਂ ਆਇਆ ਹੈ। ਭਰਨ ਸਵਾਰੀ ਸੋ ਗਿਆਨੀ ਬਾਪਾ ਕਰਕੇ ਜਿਵੇਂ ਇਸਤਰੀ ਨੇ ਆਪਣੀ ਸੀਜਾ ਨੂੰ ਸਵਾਰਿਆ ਹੋਵੇ ਪਤੀ ਦੀ ਪ੍ਰਾਪਤੀ ਵਾਸਤੇ। ਕਾਮਨ ਠਾਟ ਬਣਾਇਆ। ਕਾਮਣ ਇਸਤਰੀ ਨੇ ਚੰਗਾ ਠਾਠ ਬਾਠ ਬਣਾ ਲਿਆ ਹੋਵੇ, ਚੰਗੀ ਬਣਾਵਟ ਬਣਾ ਲਈ ਹੋਵੇ, ਪਤੀ ਦੀ ਪ੍ਰਾਪਤੀ ਲਈ ਚੰਗੀ ਸੇਜਾ ਸਵਾਰ ਲਈ ਹੋਵੇ। ਸੰਗ ਨਾ ਪਾਇਓ ਆਪਣੇ ਭਰਤੇ। ਪਰੰਤੂ ਜੇਕਰ ਉਹਨੇ ਆਪਣੇ ਪਤੀ ਦਾ ਸਾਥ ਨਹੀਂ ਪਾਇਆ ਤਾਂ ਆਪਣੇ ਕੀਤੇ ਸ਼ਿੰਗਾਰਾਂ ਅਤੇ ਬਣਾਵਟਾਂ ਨੂੰ ਵੇਖ ਵੇਖ ਦੁੱਖ ਪਾਇਆ। ਵੇਖ ਵੇਖ ਕਰਕੇ ਕਸ਼ਟ ਹੀ ਪਾਉਣਾ ਕਰਦੀ ਹੈ। ਭਾਵ ਨੂੰ ਪਤੀ ਦੀ ਪ੍ਰਸੰਨਤਾ ਦਾ ਸੁੱਖ ਨਹੀਂ ਮਿਲਦਾ। ਭਰਨ ਸਵਾਰੀ ਸੇਜਾ। ਇਸ ਪ੍ਰਕਾਰ ਇਹ ਪਹਿਲਾ ਦ੍ਰਿਸ਼ਟਾਂਤ ਸੀਗਾ। ਹੁਣ ਦਾ ਦ੍ਰਿਸ਼ਟਾਂਤ ਸਰਵਣ ਕਰਾਉਂਦੇ ਨੇ ਕਿ ਜੀਵ ਰੂਪ ਇਸਤਰੀ ਨੇ ਪ੍ਰਾਣਾਯਾਮ ਆਦਿਕ ਸਾਧਨ ਜਾਂ ਜਪ ਤਪ ਰੂਪ ਗਹਿਣੀ ਪਹਿਨ ਕਰਕੇ ਅੰਤਕ ਅਨੁਭਵੀ ਸੇਜਾ ਨੂੰ ਸਵਾਰਿਆ ਹੋਇਆ ਹੈ। ਠਾਟ ਬਣਾਇਆ। ਹਰ ਸੰਸਾਰਾ ਕਰ ਬਿਰਤੀ ਨੂੰ ਤਰਾਟਕ ਆਦਿਕ ਸਾਧਨ ਸਾਧ ਕੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਲਈ ਗੁਣਾਂ ਦੀ ਬਣਾਵਟ ਨੂੰ ਬਣਾ ਲਿਆ ਹੈ, ਜਾਂ ਦਸਮ ਦੁਆਰ ਦੀ ਯੋਗਾ ਅਭਿਆਸ ਦੁਆਰਾ ਬਣਤਰ ਬਣਾ ਲਈ ਹੈ। ਅੰਗ ਨਾ ਪਾਇਓ ਆਪਣੇ ਭਰਤੇ। ਪਰੰਤੂ ਜੇਕਰ ਜੀਵ ਰੂਪ ਇਸਤਰੀ ਦੀ ਆਭਾਸ ਬਿਰਤੀ ਨੇ ਆਪਣੇ ਪਤੀ ਪਰਮੇਸ਼ਰ ਦਾ ਮਿਲਾਪ ਨਾ ਪਾਇਆ, ਭਾਵ ਪਰਮੇਸ਼ਰ ਸਾਖਿਆਤਕਾਰ ਨਾ ਹੋਇਆ, ਵੇਖ ਵੇਖ ਦੁੱਖ ਪਾਇਆ। ਤਾਂ ਕੀਤੇ ਸਾਧਨਾਂ ਨੂੰ ਵੇਖ ਵੇਖ ਕੇ ਦੁਖੀ ਪਾਉਣਾ ਕਰਦੀ ਹੈ। ਅੱਗੇ ਹੋਰ ਦ੍ਰਿਸ਼ਟਾਂਤ ਦਿੰਦੇ ਹਨ। ਹਾਰੂ ਦਿਨਸ ਮਜ਼ਦੂਰੀ ਕਰਤਾ। ਜਿਵੇਂ ਕੋਈ ਪੁਰਖ ਸਾਰੀ ਦਿਹਾੜੀ ਮਜ਼ਦੂਰੀ ਕਰਦਾ ਰਿਹਾ, ਮੁਸਲਹ ਛਰਾਇਆ। ਕੀਤਾ ਕੀ ਮੂਸਲਿਆਂ ਦੇ ਨਾਲ ਤੂਆਂ ਨੂੰ ਹੀ ਦਰੜਦਾ ਰਿਹਾ। ਜਿਹੜੇ ਫੂਸ ਚੌਲਾਂ ਦਾ ਛਿੱਲੜ ਹੁੰਦਾ ਹੈ ਉਹਨੂੰ ਫੱਕ ਵੀ ਕਹਿੰਦੇ ਨੇ। ਫੱਕ ਘੋੜਿਆਂ ਖੋਤਿਆਂ ਨੂੰ ਲੋਕ ਪਾਉਂਦੇ ਨੇ। ਸੁੱਕੀ ਫੱਕ ਮਤਲਬ ਚੌਲ ਤਾਂ ਵਿੱਚ ਹੈ ਹੀ ਨਹੀਂ ਸੀਗੇ, ਅਤੇ ਉਹ ਤੂਆਂ ਨੂੰ ਹੀ
ਫੂਸਾਂ ਨੂੰ ਹੀ ਮੂਸਲਾਂ ਦੇ ਨਾਲ ਦਰੜਦਾ ਰਿਹਾ। ਕਿਉਂਕਿ ਅੱਜ ਕੱਲ੍ਹ ਵਾਂਗ ਜਿਹੜੀਆਂ ਮਸ਼ੀਨਾਂ ਨੇ ਚੌਲ ਕੱਢਣ ਵਾਲੀਆਂ, ਉਹ ਸੈੱਲ ਰਾਦਕ ਮਸ਼ੀਨਾਂ ਨਹੀਂ ਸਨ ਹੁੰਦੀਆਂ, ਅਤੇ ਕੇਵਲ ਮੂਸਲਾਂ ਦੇ ਨਾਲ ਹੀ ਸੋ ਦਾਣੇ ਫੱਕੇ ਪ੍ਰਾਪਤ ਕੀਤੇ ਜਾਂਦੇ ਸਨ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਰੀ ਦਿਹਾੜੀ ਮਜ਼ਦੂਰੀ ਕਰਦਾ ਰਿਹਾ, ਪਰ ਮੂਸਲਾਂ ਦੇ ਨਾਲ ਘਾਹ ਫੂਸ ਧੂਆਂ ਛਿੱਲੜਾਂ ਨੂੰ ਹੀ ਦਰੜਦਾ ਰਿਹਾ, ਪਰੰਤੂ ਫੂਸ ਦੇ ਦਰੜ ਨਾਲ ਦਾਣੇ ਨਹੀਂ ਮਿਲਦੇ ਹਨ। ਖੇਦ ਭਇਓ ਬੇਗਾਰੀ ਨਿਆਈ। ਜਿਵੇਂ ਜ਼ਬਰਦਸਤੀ ਫੜ ਕੇ ਲਿਆਂਦੇ ਪੁਰਖ ਨੂੰ ਪੈਸੇ ਨਾ ਮਿਲਣ ਦਾ ਦੁੱਖ ਹੁੰਦਾ, ਬੇਗਾਰੀ ਕਹਿੰਦੇ ਨੇ ਜਿਹੜਾ ਫੜ ਕੇ ਲਿਆਂਦਾ ਹੋਵੇ ਬਿਨਾਂ ਪੈਸੇ ਤੋਂ, ਜਿਵੇਂ ਵਿਚਾਰਾ ਜਿਉਂ ਬੇਗਾਰੀ ਕੈ ਸਿਰ ਤੀਜਾ ਦਾਮ, ਅਤੇ ਜਿਵੇਂ ਉਹ ਬੇਗਾਰੀ ਦੇ ਸਿਰ ਉੱਪਰ ਪਾਂਡਾ ਤੱਕ ਰੱਖ ਦਿੰਦੇ ਨੇ, ਪੈਸੇ ਉਹਨੂੰ ਮਿਲਣੇ ਨਹੀਂ ਹੁੰਦੇ, ਉਹ ਵਿਚਾਰਾ ਫਜ਼ੂਲ ਦੀ ਹਰਜਾ ਖਰਚੇ ਆਪਣਾ ਜ਼ੋਰ ਲਾਉਂਦਾ ਰਹਿੰਦਾ, ਟੁੱਟ ਮਰਦਾ ਰਹਿੰਦਾ। ਇਹ ਉਸ ਪੁਰਖ ਨੂੰ ਵੀ ਬੇਗਾਰੀ ਪੁਰਖ ਵਾਂਗ ਦੁੱਖ ਹੀ ਪ੍ਰਾਪਤ ਹੋਇਆ ਹੈ, ਕਿਉਂਕਿ ਉਹਨੇ ਜੋ ਸਾਰਾ ਦਿਨ ਮਜ਼ਦੂਰੀ ਮੂਸਲੇ ਨਾਲ ਫੂਸ ਦਰੜਿਆ ਸੀ। ਅਤੇ ਪਾਤਸ਼ਾਹ ਜੀ ਫਰਮਾਉਂਦੇ ਨੇ, ਸਾਰੋ ਦਿਨਸ ਮਜ਼ਦੂਰੀ ਕਰਤਾ, ਘਰ ਕੇ ਕੰਮ ਘਰ ਕੈ ਕਾਮ ਨਾ ਆਇਆ। ਉਹ ਘਰ ਦੇ ਕਿਸੇ ਵੀ ਕੰਮ ਨਹੀਂ ਆਇਆ। ਜੋ ਵੀ ਸੋ ਸਾਰੀ ਦਿਹਾੜੀ ਉਹਨੇ ਮਜ਼ਦੂਰੀ ਕੀਤੀ, ਤੁਹਾਨੂੰ ਹੀ ਦਰੜਦਾ ਰਿਹਾ, ਚੌਲ ਵਿੱਚ ਹੈ ਨਹੀਂ ਸੀਗੇ, ਅਤੇ ਇਸ ਵਾਸਤੇ ਕਿਸੇ ਵੀ ਘਰ ਦੇ ਉਹ ਕੰਮ ਨਹੀਂ ਆਇਆ। ਇਸੇ ਪ੍ਰਕਾਰ ਸਾਰੋ ਦਿਨਸ ਮਜ਼ਦੂਰੀ ਕਰਤਾ। ਇਹ ਜੀਵ ਸਾਰਾ ਦਿਨ ਤਪੱਸਿਆ ਰੂ ਮਜ਼ਦੂਰੀ ਕਰਦਾ ਰਿਹਾ, ਮੂਸਲ ਹੈ ਛਰਾਇਆ, ਅਤੇ ਸਾਧਨਾ ਰੂ ਮੂਸਲੇ ਨਾਲ ਸਕਾਮ ਕਰਮਾਂ ਰੂਪੀ ਧੋ ਫੂਸ ਚੌਲਾਂ ਦੇ ਛਿੱਲਣ ਨੂੰ ਹੀ ਦਰੜਦਾ ਰਿਹਾ। ਖੇਦ ਭਇਓ ਬੇਗਾਰੀ ਨਿਆਈ। ਪਰ ਸਕਾਮ ਕਰਮਾਂ ਰੂਪ ਫੂਸ ਨੂੰ ਦਰੜਨ ਦੇ ਨਾਲ ਬ੍ਰਹਮ ਗਿਆਨ ਰੂਪ ਦਾਣੇ ਨਹੀਂ ਮਿਲਦੇ ਹਨ, ਅਤੇ ਜੀਵ ਨੂੰ ਬੇਕਾਰੀ ਪੁਰਖ ਵਾਂਗ ਪਰਲੋਕ ਵਿੱਚ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ। ਕਾਮ ਨਾ ਆਇਆ। ਕਿਉਂਕਿ ਜੀਵ ਸਾਰੀ ਉਮਰ ਇਸਤਰੀ ਦਾ ਗੋਲਾ ਬਣ ਕੇ ਬੇਗਾਰੀ ਕਰਦਾ ਰਹਿੰਦਾ ਹੈ, ਪਰ ਇਹ ਦੁਨਿਆਵੀ ਕਾਰਜ ਸੱਚਖੰਡ ਰੂਪੀ ਘਰ ਦੀ ਪ੍ਰਾਪਤੀ ਵਾਸਤੇ ਕਿਸੇ ਵੀ ਕੰਮ ਨਹੀਂ ਆਉਂਦਾ। ਜ਼ਿੰਦਗੀ ਭਰ ਨੌਕਰੀ ਕਰਦਾ ਰਹਿੰਦਾ, ਮਜ਼ਦੂਰੀ ਕਰਦਾ ਰਹਿੰਦਾ, ਬੱਚੇ ਪਾਲਦਾ, ਘਰ ਪਰਿਵਾਰ ਦੀ ਪਾਲਣਾ ਕਰਦਾ, ਲੋੜਵੰਦ ਚੀਜ਼ਾਂ ਲਿਆ ਕੇ ਦਿੰਦਾ, ਅਤੇ ਜਦ ਬੈਠ ਕੇ ਖਾਣ ਦਾ ਵੇਲਾ ਆਉਂਦਾ, ਰੱਬ ਨੇ ਸੁੱਖ ਦੇਣਾ ਸੀ, ਘਰ-ਬਾਰ ਬਣ ਗਿਆ, ਸਭ ਕੁਛ ਵਿਆਹੇ ਵਰੇ ਗਏ, ਨਿਆਣੇ ਬੱਚੇ, ਵਿਹਲਾ ਹੋ ਗਿਆ, ਸਾਰੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭ ਗਈਆਂ। ਜਦੋਂ ਸੁੱਖ ਦਾ ਵੇਲਾ ਆਇਆ ਉਦੋਂ ਉਮਰ ਹੀ ਸਮਾਪਤ ਹੋ ਗਈ, ਕਿਉਂਕਿ ਉਮਰ ਇੰਨੀ ਲੰਬੀ ਨਹੀਂ ਹੈ। 60 ਸਾਲ ਨਹੀਂ ਤਾਂ 70, ਇਹਦੇ ਤੋਂ ਗਾਂਹ ਤਾਂ ਕੋਈ ਭਾਗਾਂ ਵਾਲਾ ਹੀ ਟੱਪਦਾ ਹੈ। ਪਰਮਾਤਮਾ ਦੀ ਕੈਸੀ ਕੁਦਰਤ ਹੈ, ਜ਼ਿੰਦਗੀ ਦੇ ਵਿੱਚ ਕਾਮਯਾਬੀ ਮਿਲਦੀ ਹੋਈ ਨਹੀਂ। ਜਾਂ ਥੋੜ੍ਹਾ ਬਹੁਤਾ ਕਾਮਯਾਬ ਇਨਸਾਨ ਹੁੰਦਾ, ਫਿਰ ਪਰਮਾਤਮਾ ਬੁਲਾਵਾ ਭੇਜ ਦਿੰਦਾ ਵੀ ਆ ਜਾ ਭਾਈ, ਤੇਰਾ ਟਾਈਮ ਹੁਣ ਸਮਾਪਤ ਹੋ ਗਿਆ। ਤਾਨਸੈਨ ਮਰਨ ਲੱਗਾ, ਉਹਦੇ ਚੇਲਿਆਂ ਨੇ ਆਖਿਆ, ਕਹਿੰਦੇ ਉਸਤਾਦ ਜੀ ਤੁਸੀਂ ਸਾਰੀ ਉਮਰ ਸੰਗੀਤ ਨੂੰ ਗਾਇਨ ਕੀਤਾ, ਸਿੱਧ ਕੀਤਾ ਹੈ, ਸਾਨੂੰ ਕੋਈ ਮਰਨ ਲੱਗਿਆ ਕੋਈ ਆਪਣੀ ਜ਼ਿੰਦਗੀ ਦਾ ਤਜਰਬਾ, ਕੋਈ ਉਪਦੇਸ਼ ਦੇਵੋ, ਕੋਈ ਸਾਂਝਾ ਕਰੋ। ਤਾਂ ਉਹ ਕਹਿਣ ਲੱਗਾ, ਭਾਈ
ਮੈਂ ਤਾਂ ਸਾਰੀ ਉਮਰ ਸਾਜ਼ ਹੀ ਸੁਰ ਕਰਦਾ ਰਿਹਾ ਹਾਂ। ਜਦ ਵਜਾਉਣ ਦਾ ਵੇਲਾ ਆਇਆ ਤੇ ਪ੍ਰਮਾਤਮਾ ਨੇ ਮੈਨੂੰ ਹੁਣ ਬੁਲਾ ਲਿਆ ਹੈ। ਸਾਜ਼ ਹੀ ਸੁਰ ਨਹੀਂ ਹੋਏ ਸਾਰੀ ਉਮਰ। ਤਾਂ ਇਸ ਤਰੀਕੇ ਦੇ ਨਾਲ ਸਾਡੇ ਸਾਜ਼ ਢਿੱਲੇ ਪਏ ਰਹਿੰਦੇ ਨੇ, ਸੁਰ 'ਚ ਨਹੀਂ ਆਉਂਦੇ। ਜਦ ਮਾੜਾ ਮੋਟਾ ਕੰਮ ਸੁਰ 'ਚ ਆਉਂਦਾ ਉਦੋਂ ਪ੍ਰਮਾਤਮਾ ਉਮਰ ਖਤਮ ਕਰ ਦਿੰਦਾ। ਇਹ ਉਹ ਲੰਮੀ ਉਮਰ ਨਹੀਂ ਹੈ। ਅਨੁਗ੍ਰਹੁ ਜਾ ਕਉ ਪ੍ਰਭ ਕੋ ਸਾਰੋ ਦਿਨ ਸ ਮਜ਼ਦੂਰੀ ਕਰੈ, ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ। ਸਾਰੀ ਦਿਹਾੜੀ ਇਹ ਮਜ਼ਦੂਰੀ ਮਿਹਨਤ ਕਰਦਾ ਹੈ, ਦਿਹਾੜੀ ਟੱਪਾ ਕਰਦਾ ਹੈ, ਨੌਕਰੀ ਕਰਦਾ ਹੈ, ਕਾਰੋਬਾਰ ਕਰਦਾ ਹੈ। ਜਦ ਹਰੀ ਦੇ ਸਿਮਰਨ ਦਾ ਵੇਲਾ ਆਉਂਦਾ ਹੈ ਤਾਂ ਉਸ ਵਕਤ ਸਿਰ ਦਰਦ ਹੋਣ ਲੱਗ ਪੈਂਦਾ, ਲੱਤਾਂ ਥੱਕ ਜਾਂਦੀਆਂ ਨੇ, ਨਾ ਬੈਠਾ ਜਾਂਦਾ ਨਾ ਖਲੋਤਾ ਜਾਂਦਾ, ਅਤੇ ਲੇਟਦਿਆਂ ਸਾਰੀ ਨੀਂਦਰ ਪੈ ਜਾਂਦੀ ਹੈ। ਸਵੇਰੇ ਉਦੋਂ ਹੀ ਪਤਾ ਲੱਗਦਾ ਜਦੋਂ ਦਿਨ ਚੜ੍ਹ ਗਿਆ, ਫਿਰ ਉੱਠ ਕੇ ਕੰਮ 'ਤੇ ਜਾਣਾ ਹੁੰਦਾ। ਇਸ ਵਾਸਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਬਤੀਤ ਹੁੰਦੀ ਜਾ ਰਹੀ ਹੈ। ਕਦੀ ਅੱਜ ਕਰਦੇ ਹਾਂ, ਕਦੀ ਕੱਲ੍ਹ ਕਰਦੇ ਹਾਂ, ਕਦੀ ਪਰਸੋਂ ਕਰਾਂਗੇ। ਇਹੀ ਸੋਚਦੇ ਰਹੀਦਾ ਹੈ ਕਿ ਇੰਨਾ ਪੈਸਾ ਇਕੱਠਾ ਕਰ ਲਈਏ, ਫਿਰ ਆਪਾਂ ਨਿਤਨੇਮ ਕਰਾਂਗੇ। ਉਹ ਜਿੰਨੇ ਜਿਹਨੂੰ ਉਹਨਾਂ ਪੈਸਾ ਆਉਂਦਾ ਉਹਨੇ ਜਿਹਨੂੰ ਪੈਸੇ ਦੀ ਕੀਮਤ ਘੱਟ ਜਾਂਦੀ ਹੈ। ਜਾਂ ਮੋਦੀ ਨੋਟ ਹੀ ਰੱਖ ਦਿੰਦਾ, ਉਹ ਕਿਸੇ ਵੀ ਕੰਮ ਨਹੀਂ ਆਉਂਦੇ। ਪ੍ਰਤੱਖ ਦੁਨੀਆ ਨੇ ਵੇਖਿਆ ਵੀ ਸਭ ਕਾਗਜ਼ਾਂ ਦਾ ਢੇਰ ਹੀ ਬਣ ਗਿਆ। ਅੱਗ ਲਾਉਣ ਤੋਂ ਬਗੈਰ ਹੋਰ ਕੋਈ ਯਤਨ ਨਾ ਰਿਹਾ। ਅਤੇ ਇਸ ਵਾਸਤੇ ਕਈ ਤਾਂ ਅਫਸੋਸ ਦੇ ਨਾਲ ਹੀ ਸਵਾਸ ਤਿਆਗ ਗਏ। ਬਾਣੀ 'ਚ ਜੋ ਲਿਖਿਆ ਦੁਨੀਆ ਨੇ ਸਭ ਕੁਝ ਅੱਖਾਂ ਨਾਲ ਵੇਖਿਆ। ਅਤੇ ਹੁਣ ਵੀ ਜੋ ਪ੍ਰਮਾਤਮਾ ਨੂੰ ਨਹੀਂ ਮੰਨਦੇ ਉਹਨਾਂ ਨੂੰ ਵੀ ਰੱਬ ਯਾਦ ਆ ਰਿਹਾ ਹੈ। ਸਭ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਮੈਂ ਸੁਣਿਆ ਵੀ ਇਟਲੀ ਦੇ ਹੌਸਪੀਟਲਾਂ ਦੇ ਵਿੱਚ ਵੀ ਸੁਖਮਨੀ ਸਾਹਿਬ ਦਾ ਪਾਠ ਉਹਨਾਂ ਹਮੇਸ਼ਾ ਲਈ ਚਾਲੂ ਕਰ ਦਿੱਤਾ ਕਿ ਗੁਰਬਾਣੀ ਸੁਣੋ ਭਾਈ, ਬਾਣੀ ਤੋਂ ਬਗੈਰ ਨਿਸਤਾਰਾ ਨਹੀਂ। ਆ ਜਹਾਜ਼ ਚੱਲੇ ਨੇ, ਫਲੈਟਾਂ ਉਤਰੀਆਂ ਨੇ, ਤਾਂ ਸਭਨਾਂ ਨੇ ਅਰਦਾਸ ਕੀਤੀ ਅਤੇ ਮੂਲ ਮੰਤਰ ਦਾ ਪਾਠ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ ਹੈ। ਇਸ ਲਈ ਪ੍ਰਮਾਤਮਾ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ, ਉਹਦੀ ਬਾਣੀ ਤੋਂ ਬਿਨਾਂ ਨਾ ਤਾਂ ਪੈਸਾ ਕਿਸੇ ਕੰਮ ਹੈ, ਨਾ ਲੀੜਾ ਕੱਪੜਾ, ਨਾ ਭੋਜਨ ਬਾਣੀ, ਨਾ ਘਰ-ਬਾਰ। ਤੋ ਜੇ ਮਹਾਰਾਜ ਨੇ ਸਰੀਰ ਹੀ ਵਾਪਸ ਲੈ ਲਿਆ ਫਿਰ ਇਹ ਚੀਜ਼ਾਂ ਕਿਸ ਕੰਮ ਹਨ? ਸਭ ਕੁਝ ਸਰੀਰ ਦੇ ਨਾਲ ਹੀ ਹੈ। ਜੇ ਜਾਨ ਹੈ ਤਾਂ ਕਹਿੰਦੇ ਜਹਾਨ ਹੈ। ਅਤੇ ਇਸ ਲਈ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰ ਕਰਨਾ ਚਾਹੀਏ, ਉਹਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਏ। ਸਿਆਣਿਆਂ ਨੇ ਕੰਧਾਂ 'ਤੇ ਲਿਖ ਕੇ ਲਾਇਆ ਹੁੰਦਾ ਕਿ ਦੁੱਖ ਵੇਲੇ ਅਰਦਾਸ ਅਤੇ ਸੁੱਖ ਵੇਲੇ ਸ਼ੁਕਰਾਨਾ ਅਤੇ ਹਰ ਵੇਲੇ ਸਿਮਰਨ। ਇਹ ਸਿਆਣਿਆਂ ਦਾ ਬਚਨ ਹੈ। ਤੋ ਇਸ ਵਾਸਤੇ ਕੁਛ ਵੀ ਕੰਮ ਨਹੀਂ ਆਉਂਦਾ। ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦਾ ਮੈਂ ਬਚਨ ਸੁਣਿਆ ਅਤੇ ਮੈਂ ਕਈ ਵਾਰ ਸਾਂਝਾ ਵੀ ਕੀਤਾ ਸੰਗਤਾਂ ਦੇ ਨਾਲ। ਉਹ ਤਾਂ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ। ਕਿਸੇ ਦੇ ਘਰ ਗਏ ਸੀ, TV ਲੱਗਾ ਅਤੇ ਜਲ ਪਾਣੀ ਛਕਦਿਆਂ ਮੈਂ 10 ਕੁ ਮਿੰਟ ਬਸ ਵਿਚਾਰ ਸੁਣੀ ਉਹਨਾਂ ਦੀ। ਉਹ ਬੋਲ ਰਹੇ ਸੀ, ਭਾਵੇਂ ਚੜ੍ਹਾਈ ਕਰ ਗਏ ਨੇ, ਇਨਸਾਨ ਆਪਣੇ ਵਿਚਾਰਾਂ ਦੇ ਨਾਲ ਹਮੇਸ਼ਾ ਜਿਉਂਦਾ ਰਹਿੰਦਾ ਹੈ। ਉਹ ਕਹਿ ਰਹੇ ਸੀ ਕਿ ਜਿਹੜਾ ਮਨੁੱਖ ਇਹ ਸੋਚਦਾ ਹੈ ਕਿ ਮੈਂ ਆਹ ਕੰਮ ਕਰ ਲਵਾਂ ਫਿਰ ਮੈਂ ਨਿਤਨੇਮ ਕਰਾਂਗਾ ਜਾਂ ਅੰਮ੍ਰਿਤ ਛਕਾਂਗਾ। ਮੰਨ ਲਓ ਅਜੇ ਅਸੀਂ ਬੱਚੇ ਹਾਂ, ਵਿਆਹ ਕੇ, ਜਾਂ ਜਿਹੜੇ ਵਿਆਹੇ ਨੇ ਉਹ ਬੱਚਿਆਂ ਤੋਂ ਬਾਅਦ, ਜਾਂ ਜਿਹੜੇ ਬੱਚਿਆਂ ਵਾਲੇ ਨੂੰ ਸੋਚਣ ਵੀ ਉਹਨਾਂ ਦਾ ਵਿਆਹ ਅੱਗੇ ਉਹਨਾਂ ਦਾ ਵੀ ਹੋ ਜਾਏ, ਅਤੇ ਜਾਂ ਆਪਾਂ ਕੋਈ ਕਾਰੋਬਾਰ
ਸੰਪੂਰਨ ਕਰ ਲਈਏ, ਕੋਈ ਕਾਰਜ ਸੋਹਿਆ ਹੈ ਨੇਪਰੇ ਚੜ੍ਹ ਜਾਏ, ਜਾਂ ਇੰਨਾ ਸਾਡਾ ਟਾਰਗੇਟ ਹੈ, ਇੰਨਾ ਪੈਸਾ ਇਕੱਤਰ ਹੋ ਜਾਏ, ਫਿਰ ਆਪਾਂ ਅੰਮ੍ਰਿਤ ਛਕ ਕੇ ਨਿਤਨੇਮ ਕਰਾਂਗੇ। ਇਸ ਤਰ੍ਹਾਂ ਕਦੀ ਵੀ ਨਹੀਂ ਹੋ ਪਾਉਂਦਾ। ਉਹ ਮਨੁੱਖ ਹਮੇਸ਼ਾ ਸੋਚਾਂ ਸੋਚਦਾ ਹੀ ਰਹਿ ਜਾਂਦਾ ਹੈ, ਕਦੀ ਉਹਦੀ ਸੋਚ ਸੰਪੂਰਨ ਨਹੀਂ ਹੁੰਦੀ। ਰਾਵਣ ਦੀ ਨਹੀਂ ਹੋਈ, ਜਿਹਦੀ ਲੰਕਾ ਸੋਨੇ ਦੀ ਸੀ, ਸਾਰੀ ਲੰਕਾ ਗੜ ਸੋਨੇ ਦਾ ਪਿਆ। ਉਹ ਕਹਿੰਦਾ ਸੀ ਮੈਂ ਸਵਰਗ ਨੂੰ ਪੌੜੀਆਂ ਲਾ ਦੇਣੀਆਂ ਨੇ, ਕਾਲ ਨੂੰ ਪਾਵੇ ਨਾ ਬੰਨ੍ਹ ਕੇ ਸੋਚਦਾ ਹੀ ਰਿਹਾ ਕਿ ਇਹਨੂੰ ਮੈਂ ਅੱਜ ਮਾਰਦਾ ਕੱਲ੍ਹ ਮਾਰਦਾ। ਐਵੇਂ ਲੋਕ ਦਾਨ ਪੁੰਨ ਕਰਦੇ ਨੇ, ਬੰਦਾ ਕੋਈ ਮਰੇ ਹੀ ਨਾ, ਅਤੇ ਜਦੋਂ ਦਿਲ ਕਰੇ ਉਦੋਂ ਪੌੜੀਆਂ ਚੜ੍ਹ ਕੇ ਸਵਰਗਾਂ ਦੇ ਆਨੰਦ ਲੈ ਕੇ ਫਿਰ ਦੁਨੀਆ 'ਚ ਆ ਜਾਓ। ਮਹਾਰਾਜ ਨਾਵੇਂ ਪਾਤਸ਼ਾਹ ਕਹਿੰਦੇ ਵੀ ਇਨਸਾਨ ਸੋਚ ਸਕਦਾ ਪਰ ਉਹਦੇ ਹੱਥ ਵਿੱਚ ਕੁਛ ਨਹੀਂ। ਪਰਮਾਤਮਾ ਨੇ ਸਾਰੀ ਡੋਰੀ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਜੀਏ ਜੰਦ ਤੇਰੇ ਧਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ। ਸੋ ਮਹਾਰਾਜ ਆਉਂਦੇ ਸੋਰਠ ਮਹੱਲਾ ਨਾਮਾ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਜੋ ਕੁਝ ਅਸੀਂ ਸੋਚਿਆ ਸੀ ਉਹ ਸਭ ਕੁਝ ਹੋ ਵੀ ਗਿਆ, ਪਰ ਸਾਡੀ ਸੋਚ ਅੱਗੇ ਹੋਰ ਅੱਗੇ ਦੀ ਅੱਗੇ ਚਲੀ ਗਈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਰਹਾਉ ਕੋੜ ਜੋਰੇ ਲਾਖ ਕਰੋਰੇ, ਮਨ ਹੋਰੇ ਪਰੇ ਪਰੇ ਹੀ ਕੋ ਲੁਝੀ ਹੈ। ਅਤੇ ਖੜੇ ਫਿਰ ਉੱਥੇ ਹੀ ਸਟੇਸ਼ਨ ਦੇ ਆ ਜਿੱਥੇ ਪਹਿਲਾਂ ਖੜੇ ਸੀਗੇ, ਅੱਗੇ ਤੁਰੇ ਹੀ ਨਹੀਂ, ਗੱਡੀ ਉੱਥੇ ਦੀ ਉੱਥੇ ਖੜੀ ਹੈ, ਕੋਈ ਅਵਸਥਾ ਨਹੀਂ ਬਦਲੀ। ਅਤੇ ਇਸ ਵਾਸਤੇ ਸਾਰੀ ਦਿਹਾੜੀ ਕੰਮ ਕਰਦਾ ਹੈ, ਸਭ ਜ਼ਿੰਦਗੀ ਇਸੇ ਤਰ੍ਹਾਂ ਹੀ ਲੰਘ ਜਾਂਦੀ। ਕਬੀਰ ਕਾਲ ਕਰੰਤ ਅਬੈ ਕਰ। ਕਬੀਰ ਜੀ ਕਹਿੰਦੇ ਬੰਦਾ ਸੋਚਦਾ ਵੀ ਮੈਂ ਕੱਲ੍ਹ ਕਰੂੰਗਾ, ਪਰ ਕੱਲ੍ਹ ਆਉਂਦਾ ਹੀ ਨਹੀਂ। ਕਬੀਰ ਕਾਲ ਕਰੰਤ ਅਬੈ ਕਰ, ਅਬ ਕਰਤਾ ਸੋਇਤਾ। ਬਾਬਾ ਜੀ ਅਰਦਾਸ ਕਰਾ ਦੇ ਦਕਸ਼ ਕੇ ਨੂੰ ਅੰਦਰ ਸੁਣੀ ਹੈਗੀ ਨੂੰ ਅੰਦਰ ਸੁਣੀ ਭਾਈ ਸਾਹਿਬ ਜੀ ਆ ਇਹਨਾਂ ਨੂੰ ਮਾਤਾ ਬਾਜੂ ਕਰਨਾ। ਹਾਂਜੀ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਕਾਲ ਕਰੰਤ ਅਬੈ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਕਹਿੰਦੇ ਜੋ ਕੰਮ ਕੱਲ੍ਹ ਕਰਨਾ ਸੋ ਅੱਜ ਕਰ, ਜਿਹੜਾ ਅੱਜ ਕਰਨਾ ਸੋ ਅਬੇ ਹੁਣੇ ਕਰ। ਜਦ ਮੌਤ ਸਿਰ 'ਤੇ ਅੜ ਗਈ, ਦਮਾਮਾ ਦੇ ਦਿੱਤਾ, ਮੁੜ ਕੇ ਤੇਰੇ ਪਾਸੋਂ ਕੁਝ ਨਹੀਂ ਹੋ ਪਾਉਣਾ। ਹਰ ਜੀਓ ਕਾਲ ਸਦਾ ਸਿਰ ਉੱਪਰ ਠੰਡੇ, ਠੰਡੇ ਬਿੰਦੀ ਨਾਲ ਨਹੀਂ, ਠਾਡੇ ਬਿੰਦੀ ਤੋਂ ਬਗੈਰ। ਠਾਡੇ ਦਾ ਮਤਲਬ ਹੈ ਖੜਾ ਹੈ। ਹਰ ਜੀਓ ਕਾਲ ਸਦਾ ਸਿਰ ਉੱਪਰ ਠਾਡੇ, ਜਨਮ ਜਨਮ ਵੈਰਾਈ। ਇਹ ਜਨਮਾਂ ਜਨਮਾਂਤਰਾਂ ਦਾ ਸਾਡਾ ਵੈਰੀ ਬਣਿਆ ਹੋਇਆ ਹੈ। ਸੋ ਇਨਸਾਨ ਦੀ ਜ਼ਿੰਦਗੀ ਇਸੇ ਤਰ੍ਹਾਂ ਹੀ ਲੰਘਦੀ ਤੁਰੀ ਜਾ ਰਹੀ ਹੈ। ਮੋਹ ਦੇ ਵਿੱਚ, ਮਾਇਆ ਦੇ ਵਿੱਚ ਇਹੋ ਜਿਹੀ ਨੀਂਦਰ ਆਈ ਹੋਈ ਹੈ, ਜਿਵੇਂ ਮਾਂ ਬੱਚੇ ਨੂੰ ਥਾਪੜ ਕੇ ਸੁਲਾ ਦਿੰਦੀ ਹੈ ਅਤੇ ਆਪ ਕੰਮ ਕਰਦੀ ਰਹਿੰਦੀ ਹੈ। ਇਉਂ ਰੱਬ ਨੇ ਮਾਇਆ ਪੈਦਾ ਹੀ ਇਸ ਵਾਸਤੇ ਕੀਤੀ ਆ ਵੀ ਇਹ ਨਿਆਣੇ ਜਿੰਨੇ ਵੀ ਨੇ ਇਹਨਾਂ ਨੂੰ ਰੋਣ ਨਹੀਂ ਦੇਣਾ। ਮਤਲਬ ਕਹਿਣ ਦਾ ਵੀ ਮੇਰੇ ਵਾਲੇ ਪਾਸੇ ਨਹੀਂ ਆਉਣ ਦੇਣਾ, ਵੀ ਮੈਨੂੰ ਕੁਛ ਨਾ ਕਹਿਣ। ਇਹਨਾਂ ਨੂੰ ਖਿਡੌਣੇ ਇਹੋ ਜਿਹੇ ਦੇ, ਇਹੋ ਜਿਹਾ ਥਾਪੜ ਦੇ ਇਹਨਾਂ ਨੂੰ, ਨਾ ਤਾਂ ਇਹਨਾਂ ਨੂੰ ਮੇਰਾ ਚੇਤਾ ਆਏ ਵੀ ਪਿਓ ਕਿੱਥੇ ਹੈ, ਆਊਗਾ ਨਹੀਂ ਆਊਗਾ, ਕਿਵੇਂ ਹੈ, ਪਿਓ ਵੀ ਕੋਈ ਹੈ ਜਾਂ ਨਹੀਂ। ਅਤੇ ਤੂੰ ਇਹਨਾਂ ਦਾ ਜੀ ਲਾਈ ਰੱਖ, ਖਿਡੌਣਿਆਂ ਦੇ ਵਿੱਚ ਪਰਚਾਈ ਰੱਖ ਇਹਨਾਂ ਦਾ ਮਨ,
ਤੇ ਮੇਰੇ ਵੱਲ ਨਾ ਆਉਣ। ਇਹ ਮਾਇਆ ਨੂੰ ਪੈਦਾ ਹੀ ਮਹਾਰਾਜ ਨੇ ਇਸ ਲਈ ਕੀਤਾ। ਇਹੋ ਜਿਹੀ ਗਾੜੀ ਨੀਂਦ ਸੁਲਾਇਆ ਹੋਇਆ ਸਾਨੂੰ ਮੋਹ ਤੇ ਮਾਇਆ ਦੇ ਵਿੱਚ। ਪਲਚ ਪਲਚ ਸਗਲੀ ਮੂੰਹੀ ਝੂਠਾ ਧੰਦਾ ਮੋਹ। ਨਿੱਕੀ ਜੀ ਕੀੜੀ ਵੀ ਵੇਖੋ ਬਿਜ਼ੀ ਹੈ, ਉਹਨੂੰ ਪੁੱਛੀਏ ਭੈਣਾ ਤੈਨੂੰ ਕਿਹੜਾ ਕੰਮ ਪੈ ਗਿਆ, ਉਹ ਵੀ ਕਹੂਗੀ ਪਰੇ ਹਟ ਜਾਓ ਮੈਨੂੰ ਬਹੁਤ ਕੰਮ ਹੈ। ਉਹ ਲੈਣਾ ਲੱਗੀਆਂ ਹੋਣਗੀਆਂ, ਪਤਾ ਨਹੀਂ ਕਿੰਨਾ ਕੁ ਕੰਮ ਹੈ। ਉਹਨੇ ਆਪ ਕਿੰਨਾ ਭਾਰ ਚੁੱਕਿਆ ਹੋਊਗਾ। ਸਾਡੀ ਹਾਲਤ ਵੀ ਇੰਝ ਹੀ ਹੈ। ਵੇਖਣ ਨੂੰ ਦੂਜਿਆਂ ਵੱਲ ਵੇਖ ਕੇ ਆਪਾਂ ਹੱਸਦੇ ਹਾਂ ਵੀ ਉਹ ਵੇਖੋ ਤੁਰਿਆ ਜਾਂਦਾ, ਮਖੌਲ ਕਰਦੇ ਹਾਂ, ਪਰ ਹੈ ਸਾਡੀ ਅਵਸਥਾ ਵੀ ਇਸੇ ਤਰ੍ਹਾਂ ਦੀ। ਸਾਡਾ ਮਨ ਜਕੜਿਆ ਪਕੜਿਆ ਹੋਇਆ ਹੈ। ਮਹੱਲਾ ਪਹਿਲਾ ਇਹੋ ਜਿਹਾ ਥਾਪੜਿਆ ਹੋਇਆ, ਜਾਗ ਹੀ ਨਹੀਂ ਆਉਣ ਦਿੰਦੀ ਮਾਇਆ। ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ, ਦੁੱਧ ਦੇ ਨਾਲ ਪਿਆਰ ਲੱਗ ਗਿਆ। ਦੂਜਾ ਮਾਏ ਬਾਪ ਕੀ ਸੁੱਧ, ਆ ਮੇਰੀ ਮਾਂ ਆ ਮੇਰਾ ਪਿਓ। ਤੀਜਾ ਭਈਆ ਭਾਬੀ ਬੇਬ, ਆ ਮੇਰਾ ਭਰਾ ਮੇਰੀ ਭਾਬੀ ਹੈ, ਆ ਮੇਰੀ ਬੇਬੇ ਹੈ ਜਾਂ ਬੇਬ ਭੈਣ ਦਾ ਨਾਮ ਹੈ ਲਹਿੰਦੀ ਪੰਜਾਬੀ ਦੇ ਵਿੱਚ। ਬੇਬੇ ਨਾਨਕੀ, ਭੈਣ ਨਾਨਕੀ। ਅਤੇ ਚੌਥਾ ਪਿਆਰ ਉਪੰਨੀ ਖੇਡ, ਖੇਡਾਂ ਦੇ ਵਿੱਚ ਪਿਆਰ ਦੇ ਵਿੱਚ ਮਸਤ। ਪੰਜਵੇਂ ਖਾਣ ਪੀਣ ਕੀ ਧਾਰ, ਆ ਵੀ ਖਾ ਲਵਾਂ ਉਹ ਵੀ ਖਾ ਲਵਾਂ, ਚੰਦਰਮਾ ਵੀ ਤੋੜ ਕੇ ਮੂੰਹ 'ਚ ਪਾ ਲਵਾਂ। ਛੇਵੇਂ ਕਾਮ ਨਾ ਪੁੱਛੇ ਜਾ, ਅਤੇ ਫਿਰ ਕਾਮ ਜਾਤ ਵੀ ਨਹੀਂ ਪੁੱਛਦਾ। ਇਹੋ ਜਿਹਾ ਦਿਮਾਗ ਨੂੰ ਫਤੂਰ ਚੜ੍ਹ ਜਾਂਦਾ, ਆਪਣੇ ਬਜ਼ੁਰਗਾਂ ਦੀ ਇੱਜ਼ਤ ਨੂੰ ਖਿਆਲ ਨਹੀਂ ਰੱਖਦਾ। ਸਤਵੇਂ ਸਾਂਝ ਕੀਆ ਘਰ ਵਾਸ, ਪਰਿਵਾਰ ਵਾਸਤੇ ਮਾਇਆ ਦੀ ਲੋੜ ਹੈ, ਹੱਦੋਂ ਵੱਧ ਇਕੱਤਰ ਕਰਨ ਵਿੱਚ ਪੈ ਗਿਆ। ਸੋ ਇਸ ਵਾਸਤੇ ਅੱਠਵੇਂ ਕ੍ਰੋਧ ਹੋਆ ਤਨ ਨਾਸ, ਫਿਰ ਜਿਨ੍ਹਾਂ ਲਈ ਇਕੱਠੀ ਕੀਤੀ ਸੀ ਜਦੋਂ ਆਖੇ ਨਹੀਂ ਲੱਗੇ ਫਿਰ ਗੁੱਸੇ ਵਿੱਚ ਸਰੀਰ ਖਰਾਬ ਕਰ ਬੈਠਾ। ਕਈ ਤਾਂ ਕਮਲੇ ਹੋ ਜਾਂਦੇ, ਇਹੋ ਜਿਹਾ ਉਹਨਾਂ ਨੂੰ ਧੌਂਕਾ ਲੱਗਦਾ ਸੰਤਾਨ ਵੱਲੋਂ। ਨਾਵੇਂ ਧੌਲੇ ਉੱਭੇ ਸਾਹ, ਕੇਸ ਚਿੱਟੇ ਹੋ ਗਏ, ਸਾਹ ਦੇ ਵਿੱਚ ਰੁਕਾਵਟ ਪੈ ਗਈ, ਬਲਗਮ ਆਦਮਕ ਦਾ ਰੋਗ ਲੱਗ ਗਿਆ, ਦਮਾ ਆਦਿਕ ਦਾ ਰੋਗ ਲੱਗ ਗਿਆ, ਸਾਹ ਜਿਹੜੇ ਰੁਕ ਰੁਕ ਕੇ ਆਉਣ ਲੱਗ ਪਏ। ਦਸਵੇਂ ਦੱਦਾ ਹੁਆ ਸਵਾਹ, ਗਏ ਸੇ ਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਈ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪਤਲ ਸਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁਬਾ ਸੰਸਾਰ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਟੋਡੀ ਮਹੱਲਾ ਪੰਜਵਾ। ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨਕ ਸਾਰ ਗਾ ਕਰਤਾ ਜਿਉ ਮਿਰਤਕ ਉਡਾਇਆ ਰਹਾਓ। ਤਾਏ ਤਾਏ ਕ੍ਰਿਪਣ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤੇ ਹੀ ਕਾਜ ਨਾ ਆਇਆ। ਕਰ ਆ ਭਰਨ ਸਵਾਰੀ ਸੇਜਾ, ਕਾਮਣ ਥਾ ਆਇਆ, ਸੰਗ ਨਾ ਪਾਇਓ ਆਪਣੇ ਭਰਤੇ, ਪੇਖ ਪੇਖ ਦੁਖ ਪਾਇਆ। ਸਾਰੋ ਦਿਨ ਸਮਝੂਰੀ ਕਰਤਾ, ਤੂੰ ਮੂਸਲ ਸ਼ਰਾਇਆ, ਖੇਦ ਭਇਓ ਬੇਗਾਰੀ ਨਿਆਈ, ਘਰ ਕੈ ਕਾਮ ਨਾ ਆਇਆ। ਅਸੀਂ ਸਰਟੀਫਿਕੇਟ ਵੇਖ ਕੇ ਅਤੇ ਉਹਦੇ ਦੁਆਲੇ ਧੂਪ ਦਿਖਾ ਛੱਡੀ ਦੀ ਹੈ। ਕਿੰਨੇ ਸਾਲ ਵੇਖੋ ਪੜ੍ਹਾਈ 'ਚ ਬਰਬਾਦ ਕਰ ਛੱਡੇ, ਨਾ ਦਾ ਨੌਕਰੀ ਨਾ ਗੱਲ ਨਾ ਬਾਤ। ਮਾਇਆ ਦੀ ਖੇਡ ਵੀ ਇਸੇ ਤਰ੍ਹਾਂ ਹੀ ਹੈ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਪਹਿਲਾਂ ਦਾ ਮਾਂ ਪਿਓ ਦਾ, ਫਿਰ ਆਪਣਾ, ਫਿਰ ਉਹ ਵੀ ਕਈ ਜਗ੍ਹਾ 'ਤੇ, ਪਰ ਰਹਿਣਾ ਕਦੇ ਵੀ ਨਹੀਂ ਮਿਲਿਆ। ਅਤੇ ਇਸ ਵਾਸਤੇ ਸਮਾਨ ਵੀ ਕਈ ਜਗ੍ਹਾ 'ਤੇ ਗੰਢਾਂ ਬੋਟਲੀਆਂ ਛੱਡ ਕੇ ਆਉਣੀਆਂ ਪਈਆਂ। ਅਤੇ ਇਸ ਵਾਸਤੇ ਦੁਨੀਆ 'ਚ ਹੀ ਮਹਾਰਾਜ ਨੇ ਹਾਲਤ ਜਨਾਈ ਹੈ। ਪਰ ਲੋਕ ਨੂੰ ਜਾਣ ਲੱਗਿਆਂ ਦਾ ਬੜਾ ਕਿੰਨੇ ਕੁਛ ਲਿਜਾਣਾ ਹੈ। ਜਿਸ ਪੁਰਖ ਤੇ ਪਰਮੇਸ਼ਰ ਦਾ ਮਨ ਕਿਰਪਾਲੂ ਹੋਇਆ ਹੈ, ਤਿਸ ਹਿਰਦੈ ਨਾਮ ਵਸਾਇਆ। ਉਹਦੇ ਵਿੱਚ, ਉਹਦੇ ਚਿੱਤ ਵਿੱਚ ਪਰਮੇਸ਼ਰ ਨੇ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਨਾਮ ਨੂੰ ਵਸਾਉਣਾ ਕੀਤਾ ਹੈ। ਅਰਦਾਸ ਕਰੀਏ,
ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜੀਓ। ਪੈਸੇ ਦੀ ਜ਼ਰੂਰਤ ਹੈ, ਲੋੜ ਮੁਤਾਬਕ ਚਾਹੀਦਾ ਹੈ, ਕੰਮ ਵੀ ਕਰਨਾ ਪੈਂਦਾ ਹੈ, ਕੰਮ ਤੋਂ ਬਗੈਰ ਸਰਦਾ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਤ ਕਰਨੀ ਸਿਖਾਈ ਹੈ। ਘਰ-ਬਾਰ ਵੀ ਚਾਹੀਦਾ ਹੈ, ਗ੍ਰਸਤੀ ਬੰਦੇ ਨੂੰ ਬਾਲ ਬੱਚੇਦਾਰ ਨੂੰ ਛੱਤ ਦੀ ਜ਼ਰੂਰਤ ਹੈ, ਲੀੜਾ ਕੱਪੜਾ ਮਕਾਨ ਇਹ ਸਭ ਕੁਝ ਇਨਸਾਨ ਦੀ ਜ਼ਰੂਰਤ ਹੈ। ਇਹ ਚੀਜ਼ਾਂ ਮਹਾਰਾਜ ਨੇ ਮਾੜੀਆਂ ਨਹੀਂ ਆਖੀਆਂ, ਨਿੰਦਿਆ ਨਹੀਂ ਕੀਤੀ, ਪਰ ਇਹ ਨਿਸਫਲ ਆਖੀਆਂ ਨੇ ਵਾਹਿਗੁਰੂ ਦੇ ਨਾਮ ਤੋਂ ਬਗੈਰ। ਜਿਹੜੇ ਮਹਾਰਾਜ ਦਾ ਨਾਮ ਜਪਦੇ ਨੇ ਤਿਨ ਕਾ ਖਾਧਾ ਪੈਦਾ ਮਾਇਆ ਸਭ ਪਿਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਧੇ। ਜਦ ਕੱਪੜਾ ਪਾਉਣਾ ਤਾਂ ਮਹਾਰਾਜ ਦੇ ਨਾਮ ਲੈ ਕੇ ਉਹਦੇ ਚਰਨਾਂ 'ਚ ਅਰਦਾਸ ਕਰਕੇ ਪਹਿਨਣਾ, ਇਹ ਗੁਰਸਿੱਖੀ ਮਰਜ਼ਾਦਾ। ਜਦ ਮੂੰਹ ਦੇ ਵਿੱਚ ਕੋਈ ਵੀ ਖਾਣਾ ਦਾਣਾ ਪਾਉਣਾ ਤਾਂ ਵਾਹਿਗੁਰੂ ਗੁਰੂ ਨਾਨਕ ਸਾਹਿਬ ਨੂੰ ਧਿਆ ਕੇ, ਕੋਈ ਵੀ ਕਾਰਜ ਪ੍ਰਾਰੰਭ ਕਰਨਾ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ। ਇਹ ਪੁਰਾਤਨ ਗੁਰਸਿੱਖਾਂ ਦੀ ਮਰਜ਼ਾਦਾ ਹੈ। ਦਿਨ ਚੜ੍ਹਨ ਤੋਂ ਪਹਿਲਾਂ ਹੀ ਗੁਰੂ ਘਰ ਆ ਕੇ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਕਰਨੀ, ਫਿਰ ਦਿਨ ਛਿਪਦਿਆਂ ਫਿਰ ਮਹਾਰਾਜ ਦਾ ਧੰਨਵਾਦ ਕਰਨਾ। ਸੋ ਤੇਰੇ ਭਾਣੇ ਅੰਦਰ ਸੁੱਖ ਨਾਲ ਦਿਨ ਬਤੀਤ ਹੋਇਆ, ਭਾਣੇ ਅੰਦਰ ਰਾਤਰੀ ਬਤੀਤ ਹੋਵੇ, ਸੁੱਖ ਸ਼ਾਂਤੀ ਬਣੀ ਰਹੇ। ਇਹ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਨੀ। ਫਿਰ ਸਾਲ ਬਾਅਦ ਪੁਰਾਤਨ ਗੁਰਸਿੱਖਾਂ ਦੀ ਮਰਜ਼ਾਦਾ ਕਿ ਨਗਰ ਵਿੱਚ ਸੁੱਖ ਸ਼ਾਂਤੀ ਰਹੇ, ਜਿਹੜਾ ਪਰਿਵਾਰ ਹੈ ਇਹਦੇ ਵਿੱਚ ਬਰਕਤ ਪਈ ਰਹੇ। ਦਸਵੰਧ ਦੇ ਰੂਪ ਦੇ ਵਿੱਚ ਇੱਕ ਸਾਲ ਬਾਅਦ ਲੰਗਰ ਕਰਨਾ, ਯਥਾ ਸ਼ਕਤ ਅਖੰਡ ਪਾਠ ਸਹਿਜ ਪਾਠ ਗੁਰੂ ਸਾਹਿਬ ਨੂੰ ਮਨਾਉਣਾ, ਇਹ ਗੁਰਸਿੱਖੀ ਹੈ। ਸੋ ਜਿਹਦੇ 'ਤੇ ਮਹਾਰਾਜ ਦਿਆਲੂ ਹੋਇਆ ਉਹਦੇ ਮਨ ਦੇ ਵਿੱਚ ਪੈਸਾ ਲੀੜਾ ਕੱਪੜਾ ਮਕਾਨ ਜਾਂ ਕੋਈ ਹੋਰ ਚੀਜ਼ ਵਸਾਉਣ ਦੀ ਬਜਾਏ ਵਾਹਿਗੁਰੂ ਨਾਮ ਵਸਾ ਦਿੱਤਾ। ਇਸ ਲਈ ਇਹੀ ਅਰਦਾਸ ਕਰੀਏ, ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦ ਹਰ ਕਰ ਕਿਰਪਾ ਮਨ ਵਸ ਜੀਓ। ਮਹਾਰਾਜ ਆਪ ਦਾ ਨਾਮ ਸਾਡੇ ਮਨ ਵਿੱਚ ਵਸ ਜਾਵੇ। ਕਬੀਰ ਸੁਪਨੇ ਹੂੰ ਬਰੜਾਈ ਕੈ ਜੇ ਮੁਖ ਨਿਕਸੈ ਰਾਮ ਤਾਕੇ ਪਾਕੀ ਪਾਨਹੀ ਮੇਰੇ ਤਨ ਕੋ ਚਾਮ। ਸਾਧ ਸੰਗਤ ਕੈ ਪਾਛੈ ਪਰਿਆ। ਜਿਹਦੇ 'ਤੇ ਵਾਹਿਗੁਰੂ ਕਿਰਪਾਲੂ ਹੋਇਆ ਉਹਦੇ ਚੇਤੇ 'ਚ ਪਰਮੇਸ਼ਰ ਨੇ ਨਾਮ ਵਸਾ ਦਿੱਤਾ। ਮਹਾਰਾਜ ਕਹਿੰਦੇ ਨੇ ਉਹ ਪੁਰਖ ਸਤਸੰਗ ਦੀ ਸ਼ਰਨ ਪਿੱਛੇ ਪਿਆ ਹੈ। ਨਾਨਕ ਹਰ ਰਸ ਪਾਇਆ। ਉਸ ਜਨ ਪੁਰਖ ਨੇ ਪਰਮੇਸ਼ਰ ਦਾ ਆਨੰਦ ਪਾਉਣਾ ਕੀਤਾ ਹੈ। ਇੱਕ ਸੀ ਜੋਗੀ, ਉਹ ਗਿਆ ਇੱਕ ਰਾਜੇ ਕੋਲ। ਰਾਜੇ ਨੇ ਬੜਾ ਸਤਿਕਾਰ ਕੀਤਾ ਅਤੇ ਕਹਿਣ ਲੱਗਾ ਮੈਂ ਦਸਮ ਦੁਆਰੀ ਹਾਂ ਅਤੇ ਮੈਂ ਸਮਾਧੀ ਲਾ ਲੈਂਦਾ ਹਾਂ। ਅਤੇ ਰਾਜਾ ਕਹਿਣ ਲੱਗਾ ਹੇ ਯੋਗੀ ਰਾਜ, ਆਪ ਨੇ ਕਿਰਪਾ ਕੀਤੀ, ਮੈਨੂੰ ਦਰਸ਼ਨ ਦਿੱਤੇ ਨੇ, ਜੇ ਤੁਸੀਂ ਮੈਨੂੰ ਸਮਾਧੀ ਲਾ ਕੇ ਦਿਖਾ ਦਿਓ ਅਤੇ ਉਵੇਂ ਮੈਂ ਤੁਹਾਡਾ ਸਤਿਕਾਰ ਕਰਾਂਗਾ। ਪਰ ਮੇਰਾ ਚਿੱਤ ਕਰਦਾ ਵੀ ਮੈਨੂੰ ਸਮਾਧੀ ਲਾ ਕੇ ਦਿਖਾਓ, ਮੈਂ ਇੱਕ ਤੁਹਾਨੂੰ ਘੋੜਾ ਅਤੇ ਇੱਕ ਜੋੜਾ ਭੇਟਾ ਕਰਾਂਗਾ। ਜੋੜਾ ਪੈਰਾਂ ਵਾਲਾ ਕਹਿ ਲਓ ਜਾਂ ਜੋੜਾ ਚੋਲਾ ਜਾਂ ਕੁਛ ਵੀ ਸਰੀਰ ਦਾ ਕੱਪੜਾ ਕਹਿ ਲਓ, ਅਤੇ ਘੋੜਾ ਚੜ੍ਹਨ ਵਾਸਤੇ। ਉਹ ਸੰਤ ਦਾ ਮਨ ਘੋੜੇ 'ਤੇ ਜੋੜੇ ਚਟਕ ਗਿਆ। ਉਹਦੇ ਮਨ ਵਿੱਚ ਇਹ ਚੀਜ਼ ਵਸ ਗਈ ਵੀ ਜੇ ਮੈਂ ਸਮਾਧੀ ਲਾ ਕੇ ਦਿਖਾ ਰਾਜੇ ਨੂੰ ਮੈਨੂੰ ਘੋੜਾ ਅਤੇ ਜੋੜਾ ਮਿਲੂਗਾ। ਸਾਧ ਸੰਗਤ ਜੀ ਇਸੇ ਸੋਚ ਹੀ ਉਹਨੇ ਸਵਾਸ ਚੜ੍ਹਾ ਲਏ ਅਤੇ 10ਵੇਂ ਦੁਆਰ 'ਚ ਟੇਕੇ ਬੈਠ ਗਿਆ। ਸਮਾਧੀ ਇੰਨੀ ਲੰਬੀ ਹੋ ਗਈ ਵੀ ਰਾਜਾ ਰਾਜ ਕਰਕੇ ਮਰ ਗਿਆ। ਉਹਦਾ ਮੁੰਡਾ ਆ ਗਿਆ ਅਤੇ ਮੁੰਡੇ ਵਕਤ ਸਮਾਧੀ ਖੋਲ੍ਹੀ ਅਤੇ ਸਮਾਧੀ ਖੁੱਲ੍ਹਦਿਆਂ ਸਾਰ ਹੀ ਉਹਨੇ ਵੇਖਿਆ ਵੀ ਜੋਗੀ ਬੈਠਾ, ਇਹਨੂੰ ਉਠਾਓ ਕਿਸੇ ਤਰੀਕੇ ਨਾਲ। ਸਿਆਣਿਆਂ ਨੂੰ ਪੁੱਛਿਆ, ਕਹਿੰਦੇ ਵੀ ਇਹਦੇ ਤਾਲੂ 'ਚ ਮੱਖਣੀ ਚੱਸੋ, ਇਹਦੀਆਂ ਤਲੀਆਂ 'ਚ ਮੱਖਣੀ ਚੱਸੋ। ਜਦ ਉਹਦੀ ਸਮਾਧੀ ਖੋਲ੍ਹੀ ਤਾਂ ਉਹ ਇਹੀ ਜਾਪ ਜਪਦਾ ਸੁਣਿਆ ਗਿਆ, ਉੱਚੀ ਉੱਚੀ ਬੋਲੀ ਜਾਏ, ਕਹਿੰਦਾ ਘੋੜਾ ਜੋੜਾ ਘੋੜਾ ਜੋੜਾ ਘੋੜਾ ਜੋੜਾ ਘੋੜਾ ਜੋੜਾ। ਇਹ ਉਹ ਸਾਰੀ ਉਮਰ ਸਾਡੀ ਘੋੜੇ ਜੋੜੇ 'ਚ ਹੀ ਲੰਘਦੀ ਜਾਂਦੀ ਹੈ। ਜੇ ਕੋਈ ਵਾਹਿਗੁਰੂ ਕਹਿੰਦਾ ਵੀ ਹੈ
ਤਾਂ ਦੁੱਧ ਵਾਹਿਗੁਰੂ ਤੇ ਪ੍ਰਸ਼ਾਦਾ ਵਾਹਿਗੁਰੂ ਹੀ ਕਹਿੰਦਾ। ਮਹਾਰਾਜ ਦੀ ਪ੍ਰਾਪਤੀ ਲਈ ਨਹੀਂ ਕੋਈ ਕਹਿੰਦਾ ਨਿਸ਼ਕਾਮਤਾ ਦੇ ਨਾਲ। ਇਸ ਲਈ ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ ਸੋਈ ਰਾਮ ਸਭੈ ਕਹਿ ਹੈ, ਸੋਈ ਕੌਤਕ ਹਾਰ। ਕਹਿੰਦੇ ਰਾਮ ਕਹਿਣ ਦੇ ਵਿੱਚ ਇੱਕ ਬਹੁਤ ਵੱਡਾ ਭੇਦ ਹੈ। ਉਹੀ ਰਾਮ ਸਾਰੇ ਕਹਿੰਦੇ ਨੇ, ਮੰਨੀ ਰਾਮ ਰੋਟੀ ਰਾਮ, ਅਤੇ ਇਸ ਤਰ੍ਹਾਂ ਫੁਲਕਾ ਰਾਮ ਕੁਲਚਾ ਰਾਮ। ਅਤੇ ਇਸ ਤਰ੍ਹਾਂ ਦੇ ਫਕੀਰ ਨੇ। ਫਰੀਦ ਸਾਹਿਬ ਕਹਿੰਦੇ ਫਰੀਦਾ ਦਰ ਦਰਵੇਸੀ ਗਾਖੜੀ। ਰੱਬ ਦੇ ਦਰ ਦੀ ਦਰਵੇਸੀ ਬੜੀ ਔਖੀ ਹੈ। ਚੋਪੜੀ ਭਰੀ, ਸਾਡੀ ਤਾਂ ਚੋਪੜੀਆਂ ਦੇ ਨਾਲ ਪ੍ਰੀਤੀ ਹੈ, ਚੋਪੜੀਆਂ ਦੇ ਨਾਲ। ਇਹ ਹਾਸੇ ਦੀ ਗੱਲ ਹੈ, ਮਖੌਲ ਦੀ। ਹੁਣ ਮਨ ਦਾ ਕੁਛ ਪਤਾ ਨਹੀਂ ਵੀ ਉਹਨੇ ਕੀ ਸੋਚ ਲੈਣਾ। ਮਨ ਬੰਦੇ ਦੇ ਵੱਸ 'ਚ ਨਹੀਂ ਹੈ। ਇਨਸਾਨ ਭਗਵਾਨ ਨਹੀਂ ਹੈ। ਇਨਸਾਨ ਇਨਸਾਨ ਹੈ, ਪਰ ਉਹਨੇ ਕਿਹੜੇ ਵੇਲੇ ਕੀ ਸੋਚ ਲੈਣਾ ਕੁਛ ਉਹਦਾ ਪਤਾ ਨਹੀਂ ਹੈ। ਇੱਕ ਵਾਰ ਪੂਰਾ ਬਾਣਾ ਧਾਰਨ ਕੀਤਾ ਹੋਇਆ ਅਤੇ ਕਿਸੇ ਪ੍ਰੇਮੀ ਨੇ ਭੋਜਨ ਦੇ ਵਿੱਚ ਘਰ ਦਾ ਘਿਓ ਪਾ ਕੇ ਛਕਾਇਆ, ਅਤੇ ਮਨ ਦਾ ਫੁਰਨਾ ਬਣਿਆ ਵੀ ਜਿਹੜਾ ਬਾਜ਼ਾਰ ਵਾਲਾ ਉਹ ਸਹੀ ਨਹੀਂ ਹੁੰਦਾ, ਘਰ ਦਾ ਹੋਣਾ ਚਾਹੀਦਾ। ਅਤੇ ਐਨ ਅਰਦਾਸ ਮੌਕੇ 5 ਸਿੰਘਾਂ ਦੇ ਅੱਗੇ 2 ਕਿਲੋ ਦਾ ਡੱਬਾ ਮਹਾਰਾਜ ਨੇ ਪਹੁੰਚਾਇਆ। ਅਤੇ ਜਦ ਉਹ ਲਾਲਚ ਦੇ ਵਿੱਚ ਆ ਕੇ ਅਤੇ ਚੁੱਕਿਆ, ਆ ਭਾਈ ਸਤਨਾਮ ਸਿੰਘ ਜੀ ਗਿਆਨੀ ਸਿੰਘ ਕਥਾਵਾਚ, ਮੰਜੀ ਸਾਹਿਬ ਤੋਂ ਵੀ ਕਥਾ ਉਹ ਕਰਦੇ ਨੇ, ਕਈ ਵਾਰ ਉਹਨਾਂ ਸਮਾਂ ਲਿਆ। ਉਹਨਾਂ ਆਖਿਆ ਭਾਈ ਇਹ ਪਤਾ ਹੈ? ਕਿਸੇ ਦਾ ਕੀ ਪਤਾ ਕੋਈ ਸਖਤ ਅਰਦਾਸ ਹੀ ਹੋਏ, ਕੋਈ ਭਾਰੀ ਅਰਦਾਸ ਇਕੱਲੇ ਬੰਦੇ 'ਤੇ ਪੈ ਗਈ, ਜ਼ਿੰਦਗੀ ਭਰ ਬੰਦਾ ਉੱਠ ਨਹੀਂ ਸਕਦਾ। ਕੀ ਪਤਾ ਕਿਸੇ ਨੇ ਜੋਤ ਵਾਸਤੇ ਹੀ ਕਿਹਾ ਹੋਵੇ। ਅਤੇ ਇਸ ਵਾਸਤੇ ਇਹੀ ਬਿਹਤਰ ਹੈ ਕਿ ਜਿੱਥੇ ਗੁਰੂ ਕਾ ਲੰਗਰ ਚੱਲ ਰਿਹਾ ਅਤੇ ਜਿੱਥੇ ਸਾਧ ਸੰਗਤ ਛਕ ਰਹੀ, ਇਹਦੇ 'ਚ ਹੀ ਭੇਟਾ ਕਰ ਦੇ, ਜਿਹੜੀ ਵੀ ਅਰਦਾਸ ਉਹ ਅਗਲੇ ਦੀ ਸਫਲ ਹੋਵੇ। ਅਤੇ ਇਸ ਵਾਸਤੇ ਮਨ ਦੇ ਵਿੱਚ ਲੋਭ ਲਾਲਚ ਦੀ ਖਾਤਰ ਕਈ ਵਾਰ ਕਈ ਫੁਰਨੇ ਬਣਦੇ ਹਨ, ਅਤੇ ਪਰ ਮਹਾਰਾਜ ਦਾ ਜਿਹੜਾ ਨਾਮ ਹੈ ਉਹ ਨਹੀਂ ਵੱਸਦਾ। ਦੁਨੀਆ ਦੇ ਵਿੱਚ ਹੀ ਮਨ ਉਟਕਿਆ ਹੋਇਆ ਹੈ, ਕਦੀ ਕੁਛ ਕਦੀ ਕੁਛ। ਜੇ ਕਿਤੇ 5 ਮਿੰਟ ਵੀ ਕਲਗੀਧਰ ਮਹਾਰਾਜ ਕਹਿੰਦੇ ਵੀ ਵਾਹਿਗੁਰੂ ਨਾਮ 'ਚ ਚਿੱਤ ਟਿਕ ਜਾਏ ਤਾਂ ਬੰਦੇ ਦੇ ਬੇੜੇ ਪਾਰ ਹੋ ਸਕਦੇ ਨੇ। ਸਾਡਾ ਇੱਕ ਛਿਨ ਮਾਤਰ ਵੀ ਟਿਕਾਓ 'ਚ ਨਹੀਂ ਹੈ। ਕਲਗੀਧਰ ਜੀ ਦਾ ਬਚਨ ਹੈ, ਏਕ ਚਿੱਤ ਜੇ ਇੱਕ ਛਿਨ ਤੇ ਆਇਓ। ਇੱਕ ਛਿਨ ਮਾਤਰ ਵੀ ਇੱਕ ਚਿੱਤ ਦੀ ਇਕਾਗਰਤਾ ਦੇ ਨਾਲ ਜੇ ਮਹਾਰਾਜ ਨੂੰ ਧਿਆਇਆ ਜਾਵੇ ਤਾਂ ਕਾਲ ਫਾਸ ਕੇ ਬੀਚ ਨਾ ਆਇਓ। ਬੰਦਾ ਕਾਲ ਦੀ ਫਾਹੀ 'ਚ ਨਹੀਂ ਆਉਂਦਾ। ਅਤੇ ਵਾਲਾ ਫਿਰਦੇ ਰਹਿੰਦੇ ਆ। ਕਈ ਵਾਰ ਵੇਖੋ ਕਿੰਨੇ ਕਿੰਨੇ ਪਾਠ, ਕਈ ਕੁਛ ਹੁੰਦਾ, ਪਰ ਗੱਲ ਫਿਰ ਵੀ ਨਹੀਂ ਬਣਦੀ ਕਿਉਂਕਿ ਉਹ ਛਿਨ ਨਹੀਂ ਬਣੀ। ਤੋ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਹੁਕਮ ਹੈ, ਸ਼ਲੋਕ ਮਹੱਲਾ ਤੀਜਾ, ਇਹ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਇਹ ਮੇਰਾ ਮਨ ਇੱਕ ਮਨ ਇੱਕ ਚਿੱਤ ਪ੍ਰੇਮ ਦੇ ਨਾਲ ਤੋਂ ਮਹਾਰਾਜ ਦੇ ਨਾਮ ਨੂੰ ਧਿਆਉਣਾ ਕਰ। ਇਹ ਨਹੀਂ ਵੀ ਜਿਹੜਾ ਰੱਬ ਸਾਰੀ ਦੁਨੀਆ ਦਾ ਖਿਆਲ ਰੱਖਦਾ, ਸਾਰਿਆਂ ਨੂੰ ਦਿੰਦਾ, ਉਹ ਤੈਨੂੰ ਭੁੱਖਾ ਰੱਖੇਗਾ। ਜੇ ਸਿਮਰਨ ਕਰੇਗਾ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਸਾਧੂ ਨੂੰ ਸਿੱਖਿਆ ਦਿੱਤੀ ਸੀ, ਇਹ ਮਹਾਤਮਾ ਜੀ ਤੈਨੂੰ ਪਤਾ ਵੀ ਤੇਰੇ ਆਸਣ ਥੱਲੇ 7 ਪੁਸ਼ਤਾਂ ਦਾ ਰਾਜ ਧਨ ਦੱਬਿਆ ਹੋਇਆ? ਕਹਿੰਦਾ ਜੀ ਨਹੀਂ ਪਤਾ। ਮਹਾਰਾਜ ਕਹਿੰਦੇ ਉੱਠ ਖੜੋ, ਮੈਂ ਤੈਨੂੰ ਦਿਖਾਉਣਾ, ਇਹਨੂੰ ਪੁੱਟ। ਤੇਰਾ ਧਿਆਨ ਕਮਲਿਆ ਟਕੇ ਟਕੇ 'ਚ ਲੱਗਾ ਹੋਇਆ, ਤੂੰ ਕਦੀ ਇਕਾਗਰਤਾ ਨਾਲ ਰਾਮ ਦਾ ਨਾਮ ਆਖਿਆ ਹੀ ਉਹ? ਕਹਿੰਦਾ ਜੀ ਨਹੀਂ। ਮਰ ਕਹਿੰਦੇ ਪੁੱਟ ਧਰਤੀ, 7 ਪੁਸ਼ਤਾਂ ਦਾ ਤਾਨਾ ਵੇਖ। ਅਤੇ ਇਸ ਵਾਸਤੇ ਮਹਾਰਾਜ ਬਹੁਤ ਬੇਅੰਤ ਹੈ। ਸੱਚੇ ਪਾਤਸ਼ਾਹ ਨੇ ਉਹਨੂੰ ਸਿੱਧੇ ਰਸਤੇ ਪਾਇਆ।
ਉਪਦੇਸ਼ ਦਿੱਤਾ। ਆਖਿਆ ਜਦ ਨਾਮ ਜਪੀਏ ਕਾਗਰਤਾ ਨਾਲ ਜਪੀਏ। ਦੇਣ ਵਾਲਾ ਰੱਬ ਜਿਉਂਦਾ ਹੈ, ਉਹ ਵੇਖਦਾ ਹੈ, ਦਿੰਦਾ ਹੈ, ਸਭ ਕੁਛ ਕਰਦਾ ਹੈ, ਪਰ ਤੁਹਾਡਾ ਨਿਸ਼ਚਾ ਹੋਣਾ ਚਾਹੀਦਾ। ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਾਲ ਨਾਹੀ, ਜੋਗ ਨਾਹੀ, ਨਾ ਹੀ ਸੱਤ ਕਾ ਢੱਬ। ਬੰਦੇ ਨੂੰ ਵਿਸ਼ਵਾਸ ਨਹੀਂ ਹੈ, ਕੋਈ ਸੱਤ ਦਾ ਢੱਬ ਨਹੀਂ, ਤਰੀਕਾ ਨਹੀਂ, ਸਭ ਝੂਠ ਹੈ। ਵੇਖੋ ਨੂੰ ਕੁਝ ਹੋਰ ਹੈ, ਅੰਦਰੋਂ ਹੋਰ, ਬਾਹਰੋਂ ਹੋਰ। ਥਾਂ ਨਸ਼ਟ ਜਗ ਭ੍ਰਿਸ਼ਟ ਹੋਏ। ਇਸ਼ਟ ਵਾਲੇ ਥਾਨ, ਧਰਮ ਕਮਾਉਣ ਵਾਲੀਆਂ ਜਗ੍ਹਾ, ਧਰਮਸ਼ਾਲਾ ਆਦਿਕ ਸਭ ਭ੍ਰਿਸ਼ਟ ਹੋਈਆਂ ਪਈਆਂ ਨੇ। ਥਾਂ ਨਸ਼ਟ ਜਗ ਭ੍ਰਿਸ਼ਟ ਹੋਏ, ਜਗਤ ਭ੍ਰਿਸ਼ਟ ਹੋਇਆ ਪਿਆ। ਜਿੱਥੇ ਬੈਠਦਾ ਉੱਥੇ ਸਭ ਜਗ੍ਹਾ ਭ੍ਰਿਸ਼ਟ ਕਰ ਦਿੰਦਾ। ਥਾਂ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਵਿਜਗ। ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟਾ ਨਾਕ ਪਕੜੈ, ਠੱਗਣ ਕੋ ਸੰਸਾਰ। ਰਹਾਉ ਆਂਠ ਸੇਤੀ ਨਾਕ ਪਕੜੈ, ਸੂਝਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੂਝੈ। ਪੈਸੇ ਵਾਲੀ ਸਿੰਦੂਕਰੀ ਪਿੱਠ ਪਿੱਛੇ ਪਈ ਆ, ਉਹ ਸਮਝ ਨਹੀਂ ਆਉਂਦੀ। ਇਹੋ ਪਦਮ ਅਲੋ, ਇਹ ਆਸ਼ਚਰਜ ਕੌਤਕ ਹੈ। ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਪਾਖਿਆ ਗਈ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਅਸ਼ਟ ਸਾਜ ਸਾਜ ਪੁਰਾਣ ਸੁਧ ਹੈ, ਕਰਹਿ ਵੇਦ ਅਭਿਆਸ। ਬਿਨ ਨਾਮ ਹਰ ਕੇ ਮੁਕਤ ਨਾਹੀ, ਕਹਿ ਨਾਨਕ ਦਾਸ। ਵੇਦਾਂ ਦਾ ਅਭਿਆਸ ਵੀ ਮੁਕਤ ਨਹੀਂ ਕਰਨ ਵਾਲਾ, ਕਿਉਂਕਿ ਵੀ ਵਿਦਵਤਾ ਵਿੱਚ ਆ ਕੇ ਬੰਦਾ ਹੰਕਾਰੀ ਹੋ ਜਾਂਦਾ ਅਤੇ ਲੋਭ ਲਾਲਚ ਦੇ ਨਾਲ ਰੋਜੀ ਰੋਟੀ ਚਲਾਉਂਦਾ। ਅਤੇ ਇਸ ਲਈ ਕਹਿ ਨਾਨਕ ਮੁਕਤ ਨਾਹੀ, ਬਿਨ ਨਾਮ ਹਰ ਕੇ ਮੁਕਤ ਨਾਹੀ, ਕਹਿ ਨਾਨਕ ਦਾਸ। ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਗੈਰ ਮੁਕਤੀ ਨਹੀਂ ਹੈ। ਜਿਨ੍ਹਾਂ ਨੂੰ ਸਾਧ ਸੰਗਤ ਦੇ ਪਿੱਛੇ ਮਹਾਰਾਜ ਨੇ ਪਾਤਾ, ਸੰਗਤ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਇਹੋ ਜਿਹਾ ਰਸ ਆਨੰਦ ਆਇਆ ਹੈ ਅਤੇ ਉਹ ਛੱਡ ਨਹੀਂ ਸਕੇ। ਬਾਕੀ ਤਾਂ ਗੁਜ਼ਾਰੇ ਮਾਤਰ। ਕਬੀਰ ਫਰੀਦਾ ਦਰ ਦਰਵੇਸੀ ਗਾਖੜੀ, ਅਤੇ ਚੱਲਾਂ ਦੁਨੀਆ ਭੱਤ। ਬੰਨ ਉਠਾਈ ਪੋਟਲੀ, ਕਿੱਥੇ ਵੰਝਾਂ ਘੱਤ। ਕਿਜ ਨਾ ਬੁੱਝੈ ਕਿਜ ਨਾ ਸੁਝੈ, ਦੁਨੀਆ ਗੁੱਝੀ ਭਾਹੇ। ਸਾਈਂ ਮੇਰਾ ਚੰਗਾ ਕੀਤਾ, ਨਾਹੀਂ ਤਾਂ ਹੰਗ ਵੀ ਦਜਾ ਆਹੇ। ਭਇਓ ਅਨਗੁਰੂ ਜਾਕੋ ਪ੍ਰਭ ਕੋ। ਇੰਝ ਜਿਸ ਪੁਰਖ 'ਤੇ ਵਾਹਿਗੁਰੂ ਦਾ ਮਨ ਕਿਰਪਾਲੂ ਹੋਇਆ, ਸਾਧ ਸੰਗਤ ਕੈ ਪਾਛੈ ਪਰਿਓ। ਉਹ ਪੁਰਖ ਈਸ਼ਰ ਦਾ ਪੂਰਬਲੇ ਪੁੰਨਾਂ ਦਾ ਪ੍ਰੇਰਿਆ, ਸ੍ਰੇਸ਼ਟ ਜਣਾ ਸਾਧੂਆਂ ਦੀ ਸੰਗਤ ਦੇ ਸ਼ਰਨ ਪਿੱਛੇ ਪਿਆ ਅਤੇ ਹਿਰਦੈ ਨਾਮ ਵਸਾਇਆ। ਤਿਸ ਪੁਰਖ ਦੇ ਹਿਰਦੇ 'ਚ ਸੰਤ ਜਨਾਂ ਨੇ ਅੰਮ੍ਰਿਤ ਨਾਮ ਵਸਾ ਦਿੱਤਾ। ਜਦ ਹਿਰਦੇ 'ਚ ਨਾਮ ਵਸਾ ਦਿੱਤਾ, ਜਦ ਨਾਨਕ ਹਰ ਰਸ ਪਾਇਆ। ਸਤਿਗੁਰੂ ਜੀ ਕਥਨ ਕਰਦੇ, ਤਦੋਂ ਉਸ ਪੁਰਖ ਨੇ ਹਰੀ ਦੇ ਆਨੰਦ ਨੂੰ ਪ੍ਰਾਪਤ ਕਰ ਲਿਆ ਹੈ। ਸੋ ਇੱਥੇ ਸਮਾਪਤੀ ਕਰਦੇ ਹਾਂ ਜੀ। ਇੱਥੋਂ ਤੱਕ ਮਹਾਰਾਜ ਦਾ ਉਪਦੇਸ਼ ਆਇਆ। ਆਓ ਅਰਦਾਸ ਕਰੀਏ, ਹਿਰਦੇ 'ਚ ਵਸ ਜਾਏ ਅਤੇ ਸਾਡੀ ਵੀ ਕਲਿਆਣ ਹੋਏ। ਭੁੱਲ ਚੁੱਕ ਖਿਮਾ ਕਰਨੀ, ਅੱਗੇ ਦੋ ਸਮਤ ਬਖਸ਼ਣੇ। ਅਨੁਗ੍ਰਹੋ ਜਾਕੋ ਪ੍ਰਭ ਕੋ, ਤਿਸ ਹਿਰਦੈ ਨਾਮ ਵਸਾਇਆ। ਸਾਧ ਸੰਗਤ ਕੈ ਪਾਛੈ ਪਰਿਆ, ਜਨ ਨਾਨਕ ਹਰ ਰਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ।